वाहेगुरु जी का खालसा वाहेगुरु जी की फतेह। पतित पावन भगत वत्सल करुणा निदान दीन दुनी दे पातशाह श्री गुरु ग्रंथ साहिब जियां दी निगी गोद विच बड़े ही अदब अते सत्कार सहित शाम दे दीवाना विच आप जिकड़ बैठे हो। आओ इस समय नूं गुरु प्रेम दे विच सफला बनाइए। गुर इतिहास जी दी चल रही पावन कथा दे विचों आप जी ने सरवण कीता सी 84 सिद्धांत समेत गोरखनाथ जी ने कई सवाल गुरु नानक पातशाह नूं कीते। जिन्हां दे जवाब गुरु बाबा जी ने बड़े ही प्रेम अते सत्कार सहित धुर की बाणी दा रूप करके दिते हैं। तकरीबन आप जी ने श्री जपजी साहिब दे विचों तीन पौड़ियां दे अर्थ सरवण कीते जो गुरु पातशाह जी ने सिद्धां दे ताईं उचारण कीते। हर एक सवाल दा जवाब सतगुरां ने बड़ी गंभीरता नाल दिता है। इन्ने तसल्ली बख्श जवाब हन, सुन के सिद्ध लाचार हो गए, आश्चर्य हन। आओ पातशाह जी अज भी कृपा करदे ने मन चित बिरतियां नूं एकाग्र चित बनाइए। प्रेम दी पाओ सांझ, आसीस बख्शो, गज बज के आखो जी सतनाम श्री वाहेगुरु साहिब जी। सतनाम श्री वाहेगुरु साहिब जी। आसन लोए लोए भंडार। दीन दुनिया दे मालक जगत गुरु पहले पातशाह गुरु नानक साहिब जी सुमेर पर्वत दियां चोटियां ते 84 सिद्धां दे इकट्ठे सवालां दे जवाब दे गए। जदों गोरखनाथ ने आखिया बाबा लोकां दे विच तुहानूं मान सन्मान मिलेगा, हर लोक विच, हर देश विच, हर टापू विच लोग तुहानूं गुरु कहणगे। बड़े बड़े भंडारे तुहाडे नाम ते होणगे। गुरु नानक साहब महाराज ने उस सवाल का जवाब दिता धुर की बाणी विच। आसन लोए लोए भंडार। आसन नाम है टिकाणे दा। सिद्ध ते उस आसन की गल करते आ भी जिथे बैठ के सिद्ध आसन ला लिया। दुनिया कतारां विच खड़ के मत्थे टेकेगी, पूजा करेगी, सन्मान करेगी। गुरु बाबा जी कहते भाई उस निरंकार दा आसन ऐसा है हर लोक विच, खंड ब्रह्मंड विच, हर थां ते है। लोए भंडार ਇਹਦੇ ਦੇਲੀ ਦੀਪ करके अर्थ होणगे। आसन लोए लोए हर देश विच, हर धरती ते उस परमात्मा दा अपना आसन है क्योंकि वो सारियां ती वसदा है। दोबारा तो अर्थ होणगे लोए लोए भंडार। उस प्रभु दे भंडार हर थां ते ने, हर देश विच, हर धरती ते, समुचे ब्रह्मंड विच। वो किहड़ी थां ते है जिथे परमात्मा नहीं। हर थां उत्ते उहदे भंडार ने।
ਆ ਜਿੰਨੀ ਦੁਨੀਆ ਸਮੁੱਚਾ ਸਮਾਜ ਹੈ, ਸਮੁੱਚਤਾ ਹੈ ਜਿੰਨੀ, ਜੇ ਅੱਜ ਮਨੁੱਖ ਖਾ ਰਿਹਾ ਹੈ ਤੇ ਕੁਦਰਤ ਦੀ ਪ੍ਰਕਿਰਤੀ ਦਾ ਨੇਮ ਹੈ। ਜੇ ਅੱਜ ਮਨੁੱਖ ਪਹਿਨ ਰਿਹਾ ਹੈ, ਇਹ ਵੀ ਉਸ ਕੁਦਰਤ ਦੀ ਦੇਣ ਹੈ। ਫਲ, ਸਬਜ਼ੀਆਂ, ਰੁੱਖ, ਬ੍ਰਿਸ਼, ਦਵਾਈਆਂ, ਹਰ ਚੀਜ਼ ਮਨੁੱਖ ਨੂੰ ਜੋ ਕੁਝ ਵੀ ਪ੍ਰਾਪਤ ਹੋ ਰਿਹਾ ਹੈ, ਇਹ ਸਭ ਕੁਦਰਤ ਦੀ ਕਿਰਪਾ ਹੈ। ਸਤਿਗੁਰੂ ਕਹਿੰਦੇ ਉਹਦੇ ਤੇ ਭੰਡਾਰ ਭਰੇ ਹੋਏ ਨੇ, ਆ ਰੱਬ ਦੇ ਭੰਡਾਰੇ ਨੇ। ਧਰਤੀ ਚੋਂ ਪਾਣੀ ਹੀ ਪਾਣੀ ਹੈ, ਮੁੱਕਦਾ ਹੀ ਕਦੇ ਨਹੀਂ। ਬੱਦਲ ਭਰੇ ਪਏ ਆ, ਗਲੇਸ਼ੀਅਰ ਭਰੇ ਪਏ ਨੇ, ਇਹ ਭੰਡਾਰ ਕਿਹਦੇ ਆ? ਨਿਰੰਕਾਰ ਦੇ। ਆਸਣ ਲੋਏ ਲੋਏ ਭੰਡਾਰ, ਗੁਰੂ ਪਾਤਸ਼ਾਹ ਕਹਿੰਦੇ ਉਹਦੇ ਭੰਡਾਰੇ ਸਦਾ ਹੀ ਭਰਪੂਰ ਹਨ। ਕੱਲ ਆਪ ਜੀ ਨੇ ਸਰਵਣ ਕੀਤਾ ਸੀ ਨਾ, ਇੱਕ ਸੰਸਾਰੀ, ਇੱਕ ਭੰਡਾਰੀ, ਇੱਕ ਲਾਏ ਦੀਵਾਨ। ਉੱਥੇ ਜੇਕਰ ਆਇਆ ਸੀ ਭੰਡਾਰ ਦਾ। ਦੁਨੀਆ ਦੇ ਭੰਡਾਰੇ ਮੁੱਕ ਸਕਦੇ ਆ, ਸਰਕਾਰਾਂ ਦੇ ਗਡਾਊਨ ਖਾਲੀ ਹੋ ਸਕਦੇ ਆ, ਭੁੱਖਮਰੀ ਪੈ ਸਕਦੀ ਹੈ, ਪਰ ਕਦੇ ਨਹੀਂ ਹੋਇਆ ਉਹ ਰੱਬ ਪਰਮਾਤਮਾ ਦੇ ਇਸ ਘਰ ਸੰਸਾਰ ਵਿੱਚੋਂ ਰੋਜੀ ਮੁੱਕ ਗਈ ਹੋਵੇ। ਉਹਨੇ ਭੰਡਾਰ ਫੁੱਲ ਕੀਤੇ ਆ, ਸਭ ਨੂੰ ਰੋਜੀ ਦੇ ਕੇ ਤੋਰਦਾ। ਜੋ ਵੀ ਇੱਥੇ ਜਨਮ ਲੈ ਕੇ ਆਉਂਦਾ ਹੈ, ਜਨਮ ਬਾਅਦ ਵਿੱਚ ਹੁੰਦਾ ਪਹਿਲਾਂ ਰੋਜੀ ਰੋਟੀ ਲਿਖੀ ਜਾਂਦੀ ਹੈ, ਮਨੁੱਖ ਦੀ ਕਿਸਮਤ ਲਿਖੀ ਜਾਂਦੀ ਹੈ। ਸਤਿਗੁਰੂ ਕਹਿੰਦੇ ਉਹਦੇ ਭੰਡਾਰਾਂ ਨੂੰ ਕੋਈ ਖਾਲੀ ਕਰ ਨਹੀਂ ਸਕਦਾ। ਜਪਜੀ ਵਿੱਚ ਹੀ ਫਰਮਾਉਂਦੇ ਆ, ਦੇਂਦਾ ਦੇ ਲੈਂਦੇ ਥੱਕ ਪਾਹੇ, ਜੁਗਾ ਜੁਗੰਤਰ ਖਾਹੀ ਖਾਹੇ। ਕਹਿੰਦੇ ਜੁਗਾਂ ਜੁਗਾਂ ਤੋਂ ਦੁਨੀਆ ਸਮਾਜ ਉਹਦੇ ਭੰਡਾਰਿਆਂ ਨੂੰ ਚੱਖਦਾ ਆਉਂਦਾ। ਉਹ ਦੇ ਰਿਹਾ, ਦੁਨੀਆ ਲੈ ਰਹੀ ਹੈ। ਸਮਾਜ ਲੈਂਦਾ ਨਹੀਂ ਰੱਜਿਆ ਤੇ ਉਹ ਦੇਂਦਾ ਨਹੀਂ ਥੱਕਿਆ। ਆਖੋ ਸਤਿਨਾਮ, ਆਹ ਦਾਤੇ ਦੇ ਭੰਡਾਰ ਨੇ। ਸਤਿਗੁਰੂ ਕਹਿੰਦੇ ਉਹਦੇ ਭੰਡਾਰ ਹਰ ਲੋਕ ਵਿੱਚ, ਹਰ ਦੁਨੀਆ ਵਿੱਚ, ਹਰ ਧਰਤੀ ਤੇ ਹਨ। ਜੋ ਕਿਛ ਪਾਇਆ ਸੋ ਏਕਾ ਵਾਰ। ਤੇ ਨਾਲ ਕਹਿ ਦਿੱਤਾ ਗੋਰਖਨਾਥ ਜੀ, ਉਹ ਐਡਾ ਵੱਡਾ ਭੰਡਾਰੀ ਹੈ। ਜੋ ਕਿਛ ਪਾਇਆ ਸੋ ਏਕਾ ਵਾਰ। ਇੱਥੇ ਸੱਸੇ ਨੂੰ ਔਂਕੜ ਹੈ, ਇਹਨੂੰ ਮੁਕਤਾ ਪੜਨਾ। ਸੋ ਮਤਲਬ ਇੱਕਦਮ ਵੀ ਜੋ ਕੁਝ ਵੀ ਪਾਇਆ ਉਹਨੇ ਇੱਕ ਵਾਰ ਹੀ ਪਾਇਆ, ਏਕਾ ਵਾਰ, ਵਾਰ-ਵਾਰ ਨਹੀਂ ਹੈ। ਆ ਫੋਨਾਂ 'ਚ ਰੀਚਾਰਜ ਬਾਰ-ਬਾਰ ਕਰਾਉਣੇ ਪੈਂਦੇ, ਗੱਡੀਆਂ 'ਚ ਫਿਊਲ ਬਾਰ-ਬਾਰ ਭਰਾਉਣਾ ਪੈਂਦਾ, ਪੇਟ ਬਾਰ-ਬਾਰ ਭਰਨਾ ਪੈਂਦਾ, ਫਿਰ ਖਾਲੀ ਦਾ ਖਾਲੀ। ਜੋ ਸੰਸਾਰ ਵਿੱਚ ਹੈ ਮਨੁੱਖ ਦਾ ਬਣਾਇਆ ਹੋਇਆ ਰੀਚਾਰਜੇਬਲ ਹੈ। ਕੋਈ ਬੈਟਰੀ ਹੈ, ਕੋਈ ਕੱਪੜਾ ਹੈ, ਕੋਈ ਕੁਛ ਵੀ ਹੈ। ਕੱਪੜਾ ਧੋਵਾਂਗੇ ਨਹੀਂ ਮੈਲਾ ਹੋ ਜੂ, ਪਰ ਕਹਿੰਦੇ ਉਸ ਵਾਹਿਗੁਰੂ ਪਰਮਾਤਮਾ ਨੇ ਬ੍ਰਹਿਮੰਡ ਵਿੱਚ ਜੋ ਕੁਝ ਵੀ ਪਾਇਆ ਇੱਕ ਵਾਰ ਹੀ ਪਾਇਆ। ਪਾਣੀ ਇੱਕ ਵਾਰ ਬਣਾਤਾ, ਮਿੱਟੀ ਇੱਕ ਵਾਰ ਬਣਾਈ, ਆਕਸੀਜਨ ਹਵਾ ਇੱਕ ਵਾਰ ਬਣਾਈ, ਵਾਰ-ਵਾਰ ਤੇ ਲੋੜ ਨਹੀਂ ਪੈਂਦੀ। ਜੋ ਕੁਛ ਪਾਇਆ ਸੋ ਏਕਾ ਵਾਰ, ਸਭ ਕੁਝ ਇੱਕ ਵਾਰ ਹੀ ਕੀਤਾ। ਜ਼ਿਕਰ ਕਰਦੇ ਆ ਰਾਤੀ ਰੁਤੀ ਥਿਤੀ ਵਾਰ, ਪਵਨ ਪਾਣੀ ਅਗਨੀ ਪਾਤਾਲ, ਤਿਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ। ਅੱਗੇ ਕੀ ਕਹਿੰਦੇ ਆ, ਤਿਸ ਵਿੱਚ ਜੀਅ ਜੁਗਤ ਕੇ ਰੰਗ, ਤਿਨ ਕੇ ਨਾਮ ਅਨੇਕ ਅਨੰਤ। ਕਹਿੰਦੇ ਉਸ ਅਨੰਤ ਵਾਹਿਗੁਰੂ ਨੇ ਲੱਖਾਂ ਜੀਵ ਸਾਜੇ, ਲੱਖਾਂ ਹੀ ਉਹਨਾਂ ਦੇ ਨਾਮ ਨੇ। ਅੱਜ ਵੀ ਸਾਇੰਸ ਹੈਰਾਨ ਹੁੰਦੀ ਹੈ, ਸਮੁੰਦਰਾਂ ਨੂੰ ਅਸੀਂ ਕੇਵਲ 5% ਤੱਕ ਖੋਜ ਪਾਏ। ਅੰਤਰਿਕਸ਼ ਨੂੰ, ਸਪੇਸ ਨੂੰ ਮਨੁੱਖ ਨੇ 10 ਤੋਂ 20% ਤੱਕ ਖੋਜ ਲਿਆ, ਲੱਭ ਲਿਆ, ਪਰ ਸਮੁੰਦਰਾਂ ਦੀਆਂ ਗਹਿਰਾਈਆਂ ਚੋਂ ਅੱਜ ਵੀ ਬੜਾ ਕੁਝ ਐਸਾ ਮਿਲਦਾ ਜਿਹਦੇ ਬਾਰੇ ਜਾਣਿਆ ਹੀ ਨਹੀਂ ਜਾਂਦਾ। ਨਵੇਂ-ਨਵੇਂ ਜੀਵ, ਨਵੀਆਂ ਮਛਲੀਆਂ, ਨਵੇਂ-ਨਵੇਂ ਪਰਜੀਵੀ ਮਿਲਦੇ ਆ। ਦੀਨ ਦੁਨੀਆ ਦੇ ਮਾਲਕ ਸਤਿਗੁਰੂ ਕਹਿੰਦੇ ਭਾਈ ਜੋ ਕੁਛ ਪਾਇਆ ਸੋ ਏਕਾ ਵਾਰ, ਸਭ ਇੱਕ ਵਾਰ ਹੀ ਪਾਇਆ ਉਹਨੇ, ਬਾਰ-ਬਾਰ ਨਹੀਂ। ਧਰਤੀ ਚੋਂ ਮਨੁੱਖ ਅੱਜ ਵੀ ਫਿਊਲ ਕੱਢ ਰਿਹਾ, ਕੱਚਾ ਤੇਲ ਕੱਢੀ ਜਾ ਰਿਹਾ। ਸਾਡੀ ਧਰਤੀ ਤੇ ਪਾਣੀ, ਅਰਬ ਦੀ ਧਰਤੀ ਤੇ ਚਲੇ ਜਾਓ, ਪਾਣੀ ਮਹਿੰਗਾ, ਤੇਲ ਸਸਤਾ, ਭਰਿਆ ਪਿਆ, ਖਾਲੀ ਕਰਦਾ ਦਿਨ ਰਾਤ। ਨਹਿਰਾਂ ਦੀਆਂ ਨਹਿਰਾਂ ਵਗ ਰਹੀਆਂ ਨੇ, ਪੂਰੀ ਸ੍ਰਿਸ਼ਟੀ ਤੇ ਪੂਰੀ ਦੁਨੀਆ ਦੇ ਵਿੱਚ ਕਿੰਨੀ ਆਵਾਜਾਈ ਹੈ। ਨਹਿਰਾਂ ਦੇ ਵਾਂਗ ਤੇਲ ਨਿਕਲਦਾ ਹੈ। ਬਣਾਇਆ ਕਿਹਨੇ ਹੈ? ਨਿਰੰਕਾਰ ਨੇ। ਜੋ ਕੁਝ ਵੀ ਇੱਥੇ ਦਿਸਦਾ ਹੈ, ਕਦੇ ਏਦਾਂ ਹੋਇਆ
ਵੀ ਇਸ ਸਮੁੱਚਤਾ ਦੇ ਵਿੱਚੋਂ ਆਕਸੀਜਨ ਮੁੱਕ ਗਈ। ਬੇਸ਼ੱਕ ਮਨੁੱਖ ਪੋਲਿਊਸ਼ਨ ਦਿਨ ਰਾਤ ਫੈਲਾ ਰਿਹਾ ਹੈ, 에ਅਰਲਾਈਨ ਤੋਂ, 에ਅਰ ਟ੍ਰੈਫਿਕ ਤੋਂ ਲੈ ਕੇ ਧਰਤੀ ਤੱਕ ਧੂੰਆਂ ਹੀ ਧੂੰਆਂ ਹੈ, ਕੈਮੀਕਲ ਹੀ ਕੈਮੀਕਲ, ਪੋਲਿਊਸ਼ਨ ਹੀ ਪੋਲਿਊਸ਼ਨ। ਪਰ ਉਸ ਪਰਮਾਤਮਾ ਨੇ ਜੋ ਕੁਝ ਵੀ ਬਣਾਇਆ ਇੱਕ ਵਾਰ ਬਣਾਤਾ। ਕਦੇ ਆਕਸੀਜਨ ਨਹੀਂ ਘਟੀ, ਕਦੇ ਪਾਣੀ ਨਹੀਂ ਮੁੱਕਿਆ, ਕਦੇ ਮਿੱਟੀ ਨਹੀਂ ਘਟੀ। ਸਭ ਕੁਝ ਜਿੰਨਾ ਅੰਨ ਅਨਾਜ ਭੋਜਨ ਜੋ ਸੰਸਾਰ ਵਿੱਚ ਹੈ, ਕਹਿੰਦੇ ਇੱਕ ਵਾਰ ਵਿੱਚ ਹੀ ਬਣਾਇਆ ਹੈ। ਕਦੇ ਰੁੱਤਾਂ ਨਹੀਂ ਘਟੀਆਂ, ਚੱਲ ਰਹੀਆਂ ਨੇ। ਜਿਸ ਜਿਸ ਦੇਸ਼ ਵਿੱਚ ਜਿਹੜੀ ਜਿਹੜੀ ਰੁੱਤ ਹੈ ਬਰਕਰਾਰ ਹੈ, ਚੱਲ ਰਹੀ ਹੈ। ਸਭ ਉਹਦੀ ਰਜ਼ਾ ਵਿੱਚ ਹੋ ਰਿਹਾ ਹੈ। ਕਹਿੰਦੇ ਉਹਨੇ ਜੋ ਕੀਤਾ ਇੱਕ ਵਾਰ ਕੀਤਾ। ਇਹਦਾ ਭਾਵ ਕੀ ਹੈ? ਕੱਲਾ ਇਹ ਨਹੀਂ ਵੀ ਬਾਹਰ ਜੋ ਜੋ ਪਹਾੜ ਬਣਾਤੇ ਇੱਕ ਵਾਰ ਬਣਾਤੇ, ਸਮੁੰਦਰ ਬਣਾਤੇ ਇੱਕ ਵਾਰ ਬਣਾਤੇ। ਮਨੁੱਖ ਦੇ ਸਰੀਰ ਵਿੱਚ ਵੀ ਜੋ ਕੁਝ ਉਹਨੇ ਬਣਾਇਆ ਇੱਕ ਵਾਰ ਹੀ ਬਣਾਇਆ। ਸਾਡੇ ਕਰਮ, ਸਾਡਾ ਜਨਮ, ਸਾਡੀ ਮੌਤ, ਸਾਡਾ ਰਿਜ਼ਕ, ਸਾਡੇ ਸਵਾਸ ਸਭ ਇੱਕ ਵਾਰ ਹੀ ਲਿਖ ਦਿੱਤਾ ਤੇ ਚੱਲ ਰਹੇ। ਸੁੱਖ ਦੁੱਖ ਕਰਮਾਂ ਦੇ ਹਨ, ਸਭ ਇੱਕ ਵਾਰ ਹੀ ਲਿਖ ਦਿੱਤੇ ਨੇ। ਗੁਰੂ ਸਾਹਿਬ ਇਸ਼ਾਰਾ ਕਰਦੇ, ਯੋਗੀਓ ਤੁਸੀਂ ਕਿਹੜੇ ਆਸਣਾਂ ਦੀਆਂ ਗੱਲਾਂ ਕਰਦੇ ਹੋ, ਕਿਹੜੇ ਭੰਡਾਰਿਆਂ ਦੀਆਂ ਗੱਲਾਂ ਕਰਦੇ ਹੋ? ਲੋਕਾਂ ਦੇ ਭੰਡਾਰ ਮੁੱਕ ਸਕਦੇ ਆ, ਜ਼ਮਾਨੇ ਦੇ ਭੰਡਾਰੇ ਖਾਲੀ ਹੋ ਸਕਦੇ ਆ, ਕਿਸੇ ਦੇ ਢੋਲ ਦਾ ਆਟਾ ਮੁੱਕ ਸਕਦਾ ਹੈ, ਪਰ ਉਸ ਪ੍ਰਕਿਰਤੀ ਤੇ ਕੁਦਰਤ ਦੇ ਵਿੱਚ ਵਾਹਿਗੁਰੂ ਨੇ ਜੋ ਇੱਕ ਵਾਰ ਪਾ ਦਿੱਤਾ ਕਦੇ ਵੀ ਮੁੱਕਣਾ ਨਹੀਂ। ਆਖੋ ਸਤਿਨਾਮ। ਇੱਥੇ ਸਾਇੰਟਿਸਟਾਂ ਨੂੰ ਫਿਕਰ ਲੱਗਾ ਰਹਿੰਦਾ ਨਾ, ਇੰਨੇ 100 ਸਾਲਾਂ ਬਾਅਦ ਪਾਣੀ ਮੁੱਕ ਜੂ, ਉਹਦੀ ਰਜ਼ਾ ਦਾ ਪਤਾ ਹੈ। ਜੇ ਉਹ ਆਪਣੀ ਆਈ ਤੇ ਆ ਜੇ ਸੁਨਾਮੀਆਂ ਲੈ ਆਉਂਦੇ, ਸੁੱਕੀਆਂ ਧਰਤੀਆਂ ਰੇਗਿਸਤਾਨ ਦੀਆਂ ਬਰਫਾਂ ਪੈਣ ਲਾ ਦਿੰਦਾ। ਰਜ਼ਾ ਤੇ ਉਹਦੀ ਹੈ, ਰਿਸਾਈਕਲ ਕਰ ਦਿੰਦਾ ਹੈ। ਕੁਦਰਤ ਆਪਣੇ ਆਪ ਨੂੰ ਰਿਸਾਈਕਲ ਕਰਦੀ ਰਹਿੰਦੀ ਹੈ, ਵਰਤਦੀ ਰਹਿੰਦੀ ਹੈ, ਚੇਂਜ ਕਰਦੀ ਰਹਿੰਦੀ ਹੈ। ਕਿਉਂ? ਕਿਉਂਕਿ ਸਭ ਕੁਝ ਉਹਨੇ ਇੱਕ ਵਾਰ ਹੀ ਕੀਤਾ। ਇੱਕ ਧਰਤੀ ਤੇ ਸੂਰਜ ਇੱਕੋ ਰੁੱਤ ਅਨੇਕ, ਨਾਨਕ ਕਰਦੇ ਕੇ ਕੀਤੇ ਵੇਸ। ਅੱਗੇ ਫੇਰ ਆਇਆ ਰਾਤੀ ਰੁੱਤੀ ਥਿੱਤੀ ਵਾਰ, ਪਵਨ ਪਾਣੀ ਅਗਨੀ ਪਾਤਾਲ। ਧਰਤੀ ਚੱਕ ਕਿੱਥੇ ਕਿੱਥੇ ਕੰਮ ਕਰ ਰਹੀ ਹੈ। ਸਮੁੰਦਰਾਂ ਦੇ ਵਿੱਚ ਪਾਣੀਆਂ ਨੂੰ ਅੱਗਾਂ ਲੱਗ ਜਾਂਦੀਆਂ, ਲਾਵੇ ਫੁੱਟਦੇ ਆ। ਆਪਾਂ ਜਿਸ ਧਰਤੀ ਤੇ ਬੈਠੇ ਆ, ਇਹਦੀਆਂ ਕੁਛ ਗਹਿਰਾਈਆਂ ਤੇ ਜਾ ਕੇ ਅੱਜ ਵੀ ਲਾਵਾ ਮੌਜੂਦ ਹੈ, ਪਰ ਉੱਪਰ ਪਾਣੀ ਦੀ ਪਰਤ ਹੈ। ਧਰਤੀ 'ਚ ਹਮੇਸ਼ਾ ਹੀ ਗਰਮੀ ਹੈ, ਹਮੇਸ਼ਾ ਹੀ ਸੇਕ ਹੈ। ਲੱਗਦਾ ਕਿਉਂ ਨਹੀਂ? ਸਭ ਉਹਦੀ ਰਜ਼ਾ 'ਚ ਹੈ। ਉਹਨੇ ਬੰਨਿਆ ਹੋਇਆ ਸਾਰਾ ਕੁਝ। ਬੇਅੰਤ ਸ਼ਬਦਾਂ ਵਿੱਚ ਸਤਿਗੁਰੂ ਆਪ ਬਾਣੀ ਵਿੱਚ ਲਿਖ ਰਹੇ ਆ, ਕਹਿੰਦੇ ਸਭ ਬੰਨਿਆ ਪਰਮਾਤਮਾ ਨੇ ਆਪ ਹੈ, ਸਾਜਿਆ ਆਪ ਹੈ, ਬਸ ਬਣਾਇਆ ਇੱਕ ਵਾਰ ਹੈ। ਸਾਡੀ ਤੇ ਬਣਾਈ ਹੋਈ ਕਿਸੇ ਕੰਪਨੀ ਦੀ ਚੀਜ਼ ਇੱਕ ਵਾਰ ਨਹੀਂ 20 ਵਾਰ ਖਰਾਬ ਹੁੰਦੀ ਤੇ 20 ਵਾਰ ਬਲਾਈਂਡ ਹੈ। ਵੀ ਦੇਖੋ ਗਰੰਟੀ ਦਿੱਤੀ ਸੀ, ਕਦੇ ਆ ਕੁਦਰਤ ਦੀ ਗਰੰਟੀ ਰੱਬ ਨੇ ਦਿੱਤੀ ਹੈ? ਬਿਨਾਂ ਗਰੰਟੀ ਤੋਂ ਵਾਰੰਟੀ ਤੋਂ ਕੰਮ ਕਰ ਰਹੀ ਹੈ। ਜੇ ਮਨੁੱਖ ਕੁਝ ਗਲਤ ਵੀ ਕਰਦਾ ਨਾ, ਕੁਦਰਤ ਉਹਨੂੰ ਢਾ ਦਿੰਦੀ ਹੈ। ਕਿੰਨੀਆਂ ਬਿਮਾਰੀਆਂ ਇੱਥੇ ਆ ਗਈਆਂ, ਕਿਉਂ ਆਉਂਦੀਆਂ ਨੇ? ਕੁਦਰਤ ਨਾਲ ਛੇੜਛਾੜ। ਮਨੁੱਖ ਜਿੰਨਾ ਕੁ ਹਵਾ 'ਚ ਉੱਪਰ ਜਾਂਦਾ ਉਹਨਾਂ ਕੁ ਥੱਲੇ ਲੈ ਆਉਂਦੀ, ਵੀ ਆ ਬਹਿ ਜਾ ਇੱਥੇ, ਤੂੰ ਕੁਛ ਨਹੀਂ ਹੈ, ਸਿਖਾ ਜਾਂਦੀ ਹੈ। ਗੁਰੂ ਬਾਬਾ ਜੀ ਕਹਿੰਦੇ ਸਭ ਇੱਕ ਵਾਰ ਹੀ ਕੀਤਾ ਹੈ, ਇੱਕ ਵਾਰ ਹੀ ਕਰਦਾ ਏ। ਕਰ ਕਰ ਵੇਖੈ ਸਿਰਜਣਹਾਰ। ਅੱਗੇ ਜ਼ਿਕਰ ਕਰਦੇ ਨੇ ਸਿੱਧਾ ਤਾਈ, ਕਰ ਕਰ ਵੇਖੈ। ਕਹਿੰਦੇ ਬਣਾਉਣ ਵਾਲੇ ਨੇ ਸਭ ਕੁਝ ਕੀਤਾ, ਕਰਕੇ ਹੁਣ ਸਿਰਫ ਵੇਖਦਾ ਏ। ਇੱਥੇ ਮਨੁੱਖ ਪਹਿਲਾਂ ਬੱਚਿਆਂ ਨੂੰ ਜਨਮ ਦਿੰਦਾ ਹੈ, ਪੜ੍ਹਾਉਂਦਾ ਲਿਖਾਉਂਦਾ ਹੈ, ਫੇਰ ਨਾ ਵਿਆਹ ਦਿੰਦਾ ਹੈ। ਵਿਆਹ ਤੋਂ ਬਾਅਦ ਵੀ ਉਹ ਇਹ ਨਹੀਂ ਕਹਿੰਦਾ ਵੀ ਮੈਂ ਹੁਣ ਬਹਿ ਕੇ ਵੇਖੂੰਗਾ, ਪੁੱਤ ਭਾਈ ਆਪਣੇ ਆਪ ਸੰਭਾਲੋ, ਧੀਆਂ ਆਪਣੀ ਆਪ ਸੰਭਾਲੋ। ਨਹੀਂ, ਕਹਿੰਦਾ ਕੋਈ ਨਹੀਂ ਤੁਸੀਂ ਕੰਮ ਕਰੋ, ਮੈਂ ਖੜਾ ਲੈਣਾ। ਕੀ ਹੈ ਦੂਜੀ ਜ਼ਿੰਮੇਵਾਰੀ? ਫਿਰ ਪੋਤੇ ਵਿਆਹ ਤੇ, ਹੁਣ ਉਹਨਾਂ ਦੇ ਬੱਚਿਆਂ ਦੀ ਅੱਗੇ ਜ਼ਿੰਮੇਵਾਰੀ ਚੁੱਕੀ ਫਿਰਦਾ। ਮਤਲਬ ਬੰਦਾ ਸਾਰੀ ਜ਼ਿੰਦਗੀ ਨਾ ਆਪ ਕਰਕੇ ਵੀ, ਕਰਕੇ ਦੇ ਕੇ ਵੀ ਟਿਕ ਕੇ ਬਹਿ ਨਹੀਂ ਸਕਦਾ। ਮਮਤਾ ਹੈ, ਮੋਹ ਹੈ, ਪਰ ਉਸ ਨਿਰੰਕਾਰ ਵਿੱਚ ਮੋਹ ਨਹੀਂ। ਕਹਿੰਦੇ ਕਰ ਕਰ ਵੇਖੈ, ਇੱਕ ਵਾਰੀ ਕੀਤਾ ਹੈ, ਇੱਕ ਵਾਰੀ ਦੁਨੀਆ ਸਾਜੀ ਹੈ, ਇੱਕ ਵਾਰੀ ਬਣਾਇਆ, ਸਭ ਕੁਝ ਪਾਇਆ ਹੈ, ਬਸ ਹੁਣ ਤੇ ਸਿਰਫ ਬੈਠਾ ਵੇਖਦਾ ਹੈ। ਕਦੇ ਸਾਨੂੰ ਵੇਖਣ ਦਾ ਮੌਕਾ ਮਿਲਿਆ ਸਾਡੀ ਜ਼ਿੰਦਗੀ 'ਚ? 70-80 ਸਾਲਾਂ ਦੇ ਹੋ ਗਏ, ਹਜੇ ਵੀ ਤਮਾ ਲੱਗੀ ਹੋਈ, ਹਾਏ ਕਿਤੋਂ 4 ਪੈਸੇ ਆ ਜਾਣ, ਕਿਤੇ ਡੀਏ ਮਿਲ ਜੇ, ਪੀਏ ਮਿਲ ਜੇ, ਆ ਮਿਲ ਜੇ, ਆਓ ਮਿਲ ਜੇ। ਕੀ ਗੱਲ ਹੈ?
ਟਿਕਾ ਹੈ ਨਹੀਂ ਜ਼ਿੰਦਗੀ 'ਚ ਕਿਤੇ, ਬਿਲਕੁਲ ਵੀ ਨਹੀਂ। ਅਜੇ ਵੀ ਅੰਦਰ ਆਸਾਂ ਆਪਣੇ ਧੀਆਂ ਪੁੱਤਾਂ ਤੋਂ ਵੱਧ ਬਜ਼ੁਰਗ ਲਾਈ ਫਿਰਦੇ। ਅਜੇ ਬੱਚੇ ਮਸਤਾਨੇ ਬੇਪਰਵਾਹ ਨੇ, ਕਹਿੰਦੇ ਕੋਈ ਨਹੀਂ ਕਮਾ ਲਾਂਗੇ ਖਾ ਲਾਂਗੇ, ਪਰ ਬੁੜਿਆਂ ਨੂੰ ਨੀਂਦ ਨਹੀਂ ਆਉਂਦੀ ਰਾਤ। ਕਹਿੰਦੇ ਕਰਦਾ ਕੁਛ ਨਹੀਂ, ਸੁੱਤਾ ਪਿਆ ਰਹਿੰਦਾ। ਧੀ ਸਾਡੀ ਕੈਨੇਡਾ ਜਾਊਗੀ, ਪਤਾ ਨਹੀਂ ਕਦੋਂ ਜਾਊਗੀ, ਵਕਤ ਹੀ ਪਿਆ ਹੋਇਆ। ਉੱਥੇ ਬੈਠਿਆਂ ਨੂੰ ਨਹੀਂ ਟਿਕਣ ਦਿੰਦੇ, ਕਿਉਂਕਿ ਮਨੁੱਖ ਕਰ ਕਰਕੇ ਵੀ ਵੇਖ ਨਹੀਂ ਸਕਦਾ, ਫਿਰ ਵੀ ਪੰਗੇ ਲੈਂਦਾ ਫਿਰਦਾ ਵਿੱਚ। ਬਜ਼ੁਰਗ ਟੇਕੇ ਨਹੀਂ ਬਹਿੰਦੇ, ਬੰਦਗੀ ਨਹੀਂ ਕਰਦੇ ਕਦੇ, ਨਾਮ ਨਹੀਂ ਜਪਦੇ ਕਦੇ। ਆਪਣੀ ਜ਼ਿੰਦਗੀ 'ਚੋਂ ਸਰਕਾਰਾਂ ਨੇ ਰਿਟਾਇਰ ਕਰਤਾ ਵੀ ਤੁਸੀਂ ਨਿਕੰਮੇ ਹੋ, ਕਿਸੇ ਕੰਮ ਦੇ ਨਹੀਂ। ਹੁਣ ਤੇ ਬਹਿ ਕੇ ਰੱਬ ਦਾ ਨਾਮ ਜਪ ਲਓ, ਨਹੀਂ ਜਪ ਸਕਦੇ। ਫਿਰ ਵੀ ਕੰਮਾਂ ਵਾਲੇ ਪਾਸੇ ਭੱਜਦੇ, ਕਿਉਂਕਿ ਬਿਰਤੀ ਉਧਰ ਹੈ, ਪਰ ਉਹ ਵਾਹਿਗੁਰੂ ਡਾਢਾ ਕਿਉਂ ਹੈ, ਵੱਡਾ ਕਿਉਂ ਹੈ? ਕਰ ਕਰ ਵੇਖੈ ਸਿਰਜਣਹਾਰ। ਇਹ ਵੀ ਕਹਿ ਦਿੱਤਾ, ਕਹਿੰਦੇ ਉਹ ਸਿਰਜਣ ਵਾਲਾ, ਦੁਨੀਆ ਨੂੰ ਬਣਾਉਣ ਵਾਲਾ, ਸਭ ਕੁਝ ਬਣਾ ਕਰਕੇ ਹੁਣ ਬੈਠਾ ਵੇਖਦਾ ਆਖੋ ਸਤਿਨਾਮ। ਸਕੂਨ ਦੀ ਜ਼ਿੰਦਗੀ ਸਿੱਖਣੀ ਸੀ, ਇੱਕੋ ਹੀ ਦੌੜ ਹੁੰਦੀ ਬੰਦੇ ਦੀ। ਵਿਆਹ ਹੋ ਜੇ, ਧੀ ਪੁੱਤ ਹੋ ਜਾਣ, ਆਪੋ ਆਪਣੇ ਕੰਮੀ ਲੱਗ ਜਾਣ। ਹੁਣ ਜ਼ਿੰਦਗੀ ਕਿਹੜੀ ਸੀ? ਹੁਣ ਬਹਿ ਕੇ ਵੇਖਣਾ ਸੀ ਕਰਦੇ ਕੀ ਨੇ। ਮੌਜਾਂ ਕਰਦਾ, ਭੋਜਨ ਛਕਦਾ, ਰੱਬ ਰੱਬ ਕਰਦਾ, ਪਰ ਨਹੀਂ, ਕਿੱਥੇ ਨਸੀਬ ਹੋਏ ਹੈ। ਧੀਆਂ ਪੁੱਤਾਂ ਤੋਂ ਵੱਧ ਚਿੰਤਾ ਮਨੁੱਖ ਨੇ ਆਪ ਆਪਣੇ ਪੱਲੇ ਪਾ ਲਈ। ਬਸ ਸਹੀ ਕਲਪਦਾ ਹੀ ਦੁਨੀਆ ਤੋਂ ਤੁਰ ਜਾਂਦਾ ਹੈ, ਕੱਖ ਨਹੀਂ ਲੈ ਕੇ ਜਾਣਾ ਸਿਵਾਏ ਦੁੱਖ ਝੱਲੇ ਤੋਂ, ਕੁਛ ਵੀ ਲੈ ਕੇ ਨਹੀਂ ਗਿਆ। ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਉਹ ਸਿਰਜਣਹਾਰ ਨੇ ਤੈਨੂੰ ਸਮਝਾਇਆ ਵੀ ਤੂੰ ਜ਼ਿੰਦਗੀ 'ਚ ਬਹੁਤੀ ਚਿੰਤਾ ਨਾ ਕਰ, ਕਿਰਤ ਕਰ, ਨਾਮ ਜਪ, ਆਪਣੇ ਕੰਮ ਲਈ ਵਫਾਦਾਰ ਹੋ, ਅੱਗੇ ਵਾਹਿਗੁਰੂ ਤੇ ਛੱਡ ਦੇ। ਤੂੰ ਕਿਉਂ ਚਿੰਤਾ ਚੱਕੀ ਫਿਰਦਾ? ਕਹਿੰਦੇ ਉਹ ਚਿੰਤਾ ਹੀ ਨਹੀਂ ਕਰਦਾ, ਕਰ ਕਰ ਵੇਖਿਆ ਸਿਰਜਣਹਾਰ ਸਿਰਜੀ ਜਾਂਦਾ ਦੁਨੀਆ ਨੂੰ। ਇੱਕ ਪਾਸੇ ਬੈਠਾ ਵੇਖਦਾ, ਉਹਦੀ ਮਾਇਆ ਕੰਮ ਕਰ ਰਹੀ ਹੈ। ਕਿਹੜੀ ਮਾਇਆ? ਏਕਾ ਮਾਈ ਜੁਗਤ ਵਿਆਈ, ਤਿੰਨ ਚੇਲੇ ਪਰਵਾਨ, ਇੱਕ ਸੰਸਾਰੀ, ਇੱਕ ਭੰਡਾਰੀ, ਇੱਕ ਲਾਏ ਦੀ ਬਾਣ। ਜਿਵ ਤਿਸ ਭਾਵੈ ਤਿਵੈ ਚਲਾਵੈ, ਜਿਵ ਹੋਵੈ ਫਰਮਾਨ। ਕਹਿੰਦੇ ਇੱਕ ਫਰਮਾਨ ਹੈ ਉਹਦਾ, ਚੱਲੀ ਜਾ ਰਿਹਾ ਸਾਰਾ। ਇੱਕ ਹੁਕਮ ਦੇ ਵਿੱਚ, ਇੱਕ ਰਜਾ ਦੇ ਵਿੱਚ ਸਾਰੀ ਸ੍ਰਿਸ਼ਟੀ ਚੱਲ ਰਹੀ ਹੈ, ਕਿਉਂਕਿ ਬਣਾਉਣ ਵਾਲੇ ਨੇ ਕੁਦਰਤ ਨੂੰ ਐਡਾ ਕਾਬਲ ਕੀਤਾ ਹੈ। ਉਹ ਇਸ ਕੁਦਰਤ ਵਿੱਚ ਆਪ ਵਸਦਾ ਹੈ, ਬੈਠਾ ਰਵੈ ਵੱਖ ਅਕੇਲਾ। ਸ੍ਰਿਸ਼ਟੀ ਸਾਜ ਕੇ ਇੱਕ ਪਾਸੇ ਵਾਹਿਗੁਰੂ ਜੀ ਆਪ ਬੈਠੇ ਆ, ਖੇਡ ਵੇਖਦੇ ਆ। ਖੇਡ ਕਿਹੜਾ? ਮਾਇਆ ਪਾਤੀ, ਕਰਮ ਬਣਾਤੇ। ਮਨੁੱਖ ਦੇ ਕਰਮ ਹੀ ਮਨੁੱਖ ਲਈ ਮਾਇਆ ਹੈ। ਆਪਣੇ ਜਾਲ 'ਚ ਜਿਵੇਂ ਮੱਕੜੀ ਬਣਾ ਬਣਾ ਕੇ ਆਪੇ ਫਸੀ ਜਾਂਦੀ ਹੈ ਨਾ। ਹੁਣ ਮੱਕੜੀ ਨੂੰ ਕੋਈ ਹੋਰ ਥੋੜਾ ਫਸਾਉਂਦਾ ਹੈ, ਆਪਣੇ ਜਾਲ 'ਚ ਆਪ ਫਸ ਰਹੀ। ਆਪ ਹੀ ਬਣਾਇਆ, ਆਪ ਹੀ ਸਾਜਿਆ, ਆਪ ਹੀ ਸ਼ਿੰਗਾਰਿਆ, ਆਪ ਹੀ ਮਰ ਗਈ ਵਿੱਚ। ਮਨੁੱਖ ਕਰਮਾਂ ਦੇ ਜਾਲ ਵਿੱਚ ਅੱਗੇ ਅੱਗੇ ਹੋਰ ਹੋਰ, ਵਨ ਮੋਰ ਵਨ ਮੋਰ, ਆ ਵੀ ਕਰ ਲਾਂ, ਆ ਵੀ ਕਰ ਲਾਂ। ਕਹਿੰਦੇ ਕਰ ਕਰਕੇ ਇੰਨੀ ਦੁਬਦਾ ਚਾਪ ਫਸ ਗਿਆ। ਹੁਣ ਕਹਿੰਦਾ ਹੈ ਮੇਰੇ ਨਾਲ ਰੱਬ ਨੇ ਨਹੀਂ ਕਰਦਾ, ਰੱਬ ਨੇ ਨਹੀਂ ਕੀਤਾ। ਗੁਰੂ ਸਾਹਿਬ ਕਹਿੰਦੇ ਤੂੰ ਆਪ ਕੀਤਾ ਹੋਇਆ, ਉਹਨੇ ਜੋ ਕਰਨਾ ਸੀ ਇੱਕ ਵਾਰੀ ਕਰਤਾ। ਤੈਨੂੰ ਜਿੰਨਾ ਰੋਜੀ ਰਿਜ਼ਕ ਦੇਣਾ ਸੀ ਉਹਨਾਂ ਦੇਤਾ, ਪਰ ਤੂੰ ਲੋੜ ਤੋਂ ਵੱਧ ਕੇ ਲਾਲਚ ਕਰਦਾ, ਮੇਰੇ ਕੋਲ ਆ ਵੀ ਆ ਜੇ, ਆ ਵੀ ਆ ਜੋ, ਫੇਰ ਬਰਬਾਦ ਹੋ ਜਾਂਦਾ, ਫੇਰ ਜ਼ੀਰੋ ਤੇ ਆ ਜਾਂਦਾ। ਕਿਉਂਕਿ ਜਿੰਨਾ ਉਹਨੇ ਤੈਨੂੰ ਦਿੱਤਾ ਸੀ ਉਹ ਤੋਂ ਵੱਧ ਲੈ ਹੀ ਨਹੀਂ ਸਕਦਾ। ਤੇ ਜਿਹਨੂੰ ਉਹਨੇ ਵੱਧ ਦੇਤਾ ਉਹ ਗਵਾਈ ਵੀ ਜਾਂਦਾ ਹੈ, ਖਿਲਾਰੀ ਵੀ ਜਾਂਦਾ ਹੈ, ਲੁਟਾਈ ਵੀ ਜਾਂਦਾ ਹੈ, ਫਿਰ ਬੜਾ ਕੁਛ ਹੈ। ਗੁਰੂ ਸਾਹਿਬ ਕਹਿੰਦੇ ਸਿੱਖ ਲਾਓ ਮਨਾ, ਬਾਣੀ ਪੜ੍ਹ ਕੇ ਰੱਟੇ ਲਾਉਣ ਵਾਸਤੇ ਨਹੀਂ। ਅਰਥ ਸਮਝਾ ਰਹੇ ਆ ਸਤਿਗੁਰੂ ਸਿੱਧਾਂ ਨੂੰ ਅੱਜ। ਕਹਿੰਦੇ ਕਰ ਕਰ ਵੇਖੈ ਸਿਰਜਣਹਾਰ। ਜੇ ਸਿਰਜਣਹਾਰ ਸਭ ਕੁਝ ਕਰਕੇ ਵੇਖਦਾ ਤੇ ਤੈਨੂੰ ਵੀ ਤੇ ਰੱਬ ਨੇ ਰੱਬ ਬਣਾਇਆ ਸੀ। ਵੀ ਧੀਆਂ ਪੁੱਤਾਂ ਨੂੰ ਪਾਲ ਕੇ ਕੰਮ ਕਾਰ ਤੇ ਲਾ, ਹੁਣ ਘਰੇ ਬਹਿ ਕੇ ਬੰਦਗੀ ਕਰ, ਨਾਮ ਜਪ, ਸੁੱਖ ਦੀ ਰੋਟੀ ਖਾ। ਧੀ ਪੁੱਤ ਤੇ ਰੋਟੀ ਦਿੰਦੇ ਆ, ਪਰ ਬੁੱਢਿਆਂ ਤੋਂ ਨਹੀਂ ਖਾਧੀ ਜਾਂਦੀ। ਸਾਡੇ ਨਾਮ ਆਦਤਾਂ ਨਹੀਂ ਜਾਂਦੀਆਂ, ਵਿੱਚੋਂ ਬੋਲਣੋਂ ਨਹੀਂ ਹਟਦੇ, ਪੰਗੇ ਲੈਣੋਂ ਨਹੀਂ ਹਟਦੇ, ਤੇ ਦੁੱਖ ਹੀ ਨੇ ਨਾ। ਫਿਰ ਕਹਿੰਦੇ ਸਾਡੀ ਮੰਨਦਾ ਕੋਈ ਨਹੀਂ, ਦੋਨੇ ਪਾਸੇ ਕਮੀਆਂ। ਗੁਰੂ ਸਾਹਿਬ ਕਹਿੰਦੇ ਇੱਕ ਨਿਰੰਕਾਰ ਨੇ ਸਭ ਕੁਝ ਕੀਤਾ, ਉਹਦਾ ਕੀਤਾ ਹੀ ਹੋਣਾ। ਇਸੇ ਕਰਕੇ ਬਾਣੀ ਕਹਿੰਦੀ ਨਾ ਕਰੇ ਕਰਾਵੈ ਆਪੇ ਆਪ, ਮਾਨੁ ਕੈ ਕਿਛ ਨਾਹੀ ਹਾਥ। ਸਪਸ਼ਟ ਕਹਿ ਦਿੱਤਾ ਰੱਬ ਕਰਦਾ, ਰੱਬ ਹੀ ਕਰੇਗਾ, ਰੱਬ ਬਿਨਾਂ ਕੋਈ ਨਹੀਂ ਕਰਦਾ। ਫਿਰ ਬੰਦੇ ਦੇ ਹੱਥ ਵਿੱਚ ਦੱਸੋ ਕੀ ਹੈ ਕਿਸੇ ਦੇ ਹੱਥ 'ਚ ਕੁਛ? ਇੰਨੀ ਗੱਲ ਦੀ ਸਮਝ ਅੱਜ ਸਾਡੀ ਕੌਮ ਨੂੰ ਨਹੀਂ ਆਈ ਵੀ ਸਤਿਗੁਰੂ ਕਹਿੰਦੇ ਰੱਬ ਬਿਨਾਂ ਕੁਝ ਨਹੀਂ ਹੁੰਦਾ। ਤੇ ਮੈਨੂੰ ਲੱਗਦਾ ਹੈ ਵੀ ਕੋਈ ਬਾਬਾ ਫੂਕ ਮਾਰ ਕੇ ਮੇਰੇ ਕਰਮ ਬਦਲ ਦੂ,
ਮੇਰਾ ਰੋਟੀ ਪਾਣੀ ਅਮਰੀਕਾ ਦਾ ਲਿਖ ਦੂ, ਆਸਟ੍ਰੇਲੀਆ ਦਾ ਲਿਖ ਦੂਗਾ, ਮੈਂ ਉਹਨੂੰ ਹੱਥ ਵਿਖਾ ਲੈਣਾ, ਉੱਥੇ ਛੋਟਾ ਜਿਹਾ ਜਹਾਜ਼ ਚੜਾ ਦਿੰਦਾ, ਗੁਰਦੁਆਰੇ ਜਾ ਕੇ ਕੰਮ ਬਣ ਜਾਊਗਾ। ਨਹੀਂ, ਜੋ ਤੇਰੇ ਕਰਮਾਂ 'ਚ ਲਿਖਿਆ। ਕਰਮ ਸਵਾਰ ਆਪਣੇ। ਗੁਰੂ ਕਰਮ ਬਦਲ ਸਕਦਾ ਜੇ ਉਹਦੀ ਆਪਣੀ ਮੌਜ ਹੋਵੇ, ਪਰ ਜੇ ਤੂੰ ਲਾਲਚ ਵਾਸਤੇ ਇੱਕ ਪਾਸੇ ਤੁਰਿਆ ਫਿਰਦਾ, ਗੁਰੂ ਕੁਝ ਨਹੀਂ ਕਰਦਾ। ਸਾਹਿਬ ਕਹਿੰਦੇ ਉਹ ਸਿਰਜਣਹਾਰ ਹੈ, ਸਾਰੇ ਜ਼ਮਾਨੇ ਨੂੰ ਉਹ ਆਪ ਸਿਰਜਦਾ ਏ। ਨਾਨਕ ਸੱਚੇ ਕੀ ਸਾਚੀ ਕਾਰ। ਨਾਨਕ ਸਪੇਸ ਦੇ ਕੇ, ਵਿਸ਼ਰਾਮ ਦੇ ਕੇ ਗੁਰੂ ਸਾਹਿਬ ਗੋਰਖਨਾਥ ਨੂੰ ਕਹਿੰਦੇ ਨੇ ਸੱਚੇ ਕੀ ਸਾਚੀ ਕਾਰ। ਸੱਚਾ ਕੌਣ ਹੈ? ਜਿਹਨੂੰ ਕਿਹਾ ਇੱਕ ਓੰਕਾਰ। ਸੱਚਾ ਕਿਵੇਂ ਹੈ? ਅੱਗੇ ਕਹਿ ਦਿੱਤਾ ਸਤ ਨਾਮ। ਸਤ ਦਾ ਅਰਥ ਹੈ ਸੱਚਾ, ਜਿਹਦਾ ਨਾਮ ਸੱਚਾ ਏ। ਨਾਨਕ ਸੱਚੇ ਕੀ ਸਾਚੀ ਕਾਰ। ਕਹਿੰਦੇ ਉਹ ਸੱਚੇ ਵਾਹਿਗੁਰੂ ਪਰਮਾਤਮਾ ਦੀ ਜਿਹੜੀ ਕਾਰ ਹੈ ਨਾ, ਕਿਰਤ, ਸਾਰੀ ਸੱਚੀ ਹੈ। ਮਨੁੱਖ ਦਾ ਬਣਾਇਆ ਕੁਝ ਵੀ ਸੱਚਾ ਨਹੀਂ, ਤੇ ਰੱਬ ਦੀ ਬਣਾਈ ਹਰ ਚੀਜ਼ ਹੈ। ਪਰਮਾਤਮਾ ਦੀ ਬਣਾਈ ਕੁਦਰਤ ਆਪ ਹੀ ਚੱਲ ਰਹੀ ਹੈ। ਇੱਕ ਬੀਜ ਤੋਂ ਲੱਖਾਂ ਬੀਜ ਹੋ ਰਹੇ ਆ, ਇੱਕ ਬੀਜ ਬੀਜੋ ਲੱਖਾਂ ਫਲ, ਲੱਖਾਂ ਰੁੱਖ ਹੋ ਰਹੇ ਆ। ਕਦੇ ਮਨੁੱਖ ਦੀ ਇੱਕ ਮਸ਼ੀਨ ਬਣਾਈ ਤੋਂ ਲੱਖਾਂ ਮਸ਼ੀਨਾਂ ਬਣੀਆਂ? ਬਣਾਉਣੀਆਂ ਪੈਂਦੀਆਂ ਨੇ। ਹਰ ਚੀਜ਼ ਮੈਨੂਫੈਕਚਰ ਕਰਨੀ ਪੈਂਦੀ ਹੈ, ਰਿਪੇਅਰ ਮੰਗਦੀ ਹੈ, ਸਰਵਿਸ ਮੰਗਦੀ ਹੈ, ਪਰ ਰੱਬ ਦੀ ਬਣਾਈ ਹਰ ਚੀਜ਼ ਆਪਣੇ ਆਪ ਹੀ ਚੱਲ ਰਹੀ ਹੈ। ਤੁਸੀਂ ਇੱਕ ਬੀਜ ਧਰਤੀ ਤੇ ਸੁੱਟ ਦਿਓ, ਰੁੱਤ ਨਹੀਂ ਹੁੰਦਾ ਨਹੀਂ, ਪਰ ਜਦੋਂ ਰੁੱਤ ਆ ਜਾਊਗੀ ਆਪਣੇ ਆਪ ਹੀ ਹੋ ਜਾਂਦਾ ਹੈ। ਇਹ ਕੀ ਹੈ? ਇਹਨੂੰ ਸਾਹਿਬ ਕਹਿੰਦੇ ਆ ਬਲਿਹਾਰੀ ਕੁਦਰਤ ਵਸਿਆ, ਤੇਰਾ ਅੰਤ ਨਾ ਜਾਈ ਲਖਿਆ। ਤੇਰਾ ਅੰਤ ਜਾਣਿਆ ਨਹੀਂ ਜਾ ਸਕਦਾ, ਕਿਉਂਕਿ ਨਾਨਕ ਸੱਚੇ ਕੀ ਸਾਚੀ ਕਾਰ। ਤੇਰੀ ਕਾਰ, ਤੇਰੀ ਕਿਰਤ, ਤੇਰਾ ਕਰਮ ਸੱਚਾ ਏ, ਕਿਉਂਕਿ ਤੂੰ ਆਪ ਹੀ ਸੱਚਾ ਏ। ਸੱਚਾ ਕਿਵੇਂ ਹੈ? ਆਦ ਸੱਚ, ਜੁਗਾਦ ਸੱਚ, ਹੈ ਵੀ ਸੱਚ, ਨਾਨਕ ਹੋਸੀ ਵੀ ਸੱਚ। ਤੂੰ ਤਿੰਨ ਕਾਲ ਵਿੱਚ ਸੱਚਾ ਹੈ, ਸਦੀਵੀ ਸੱਚਾ ਹੈ। ਇਸ ਕਰਕੇ ਤੇਰੀ ਕਿਰਤ ਮਾੜੀ ਨਹੀਂ ਹੈ। ਇੱਥੇ ਆ ਕੇ ਬਾਣੀ ਕਹਿੰਦੀ ਹੈ ਇਹੋ ਜਗ ਸੱਚੇ ਕੀ ਹੈ ਕੋਠੜੀ, ਸੱਚੇ ਕਾ ਵਿੱਚ ਵਾਸ। ਪਰਮਾਤਮਾ ਨੇ ਸਰੀਰ ਬਣਾਇਆ, ਪਰਮਾਤਮਾ ਨੇ ਕੁਦਰਤ ਸਾਜੀ ਹੈ, ਉਹਦੀ ਸ੍ਰਿਸ਼ਟੀ ਬ੍ਰਹਿਮੰਡ ਬਣਾਇਆ, ਬਣਾ ਕੇ ਉਹ ਵਿੱਚ ਸਿਰਜਣਹਾਰਾ ਆਪ ਬੈਠਾ ਵੇਖਦਾ ਹੈ। ਬੈਠਾ ਆਪ ਹੈ, ਦੂਰ ਨਹੀਂ ਹੈ। ਜੋ ਕੁਝ ਸੰਸਾਰ ਤੇ ਹੁੰਦਾ ਹੈ ਰੱਬ ਦੀ ਨਜ਼ਰ ਵਿੱਚ ਹੁੰਦਾ ਹੈ, ਉਹਦੀ ਨਜ਼ਰ ਤੋਂ ਬਾਹਰ ਕੁਝ ਨਹੀਂ, ਸਭ ਉਹਦੇ ਭਾਣੇ ਵਿੱਚ ਹੈ, ਕਿਉਂਕਿ ਉਹਦੀ ਕਾਰ ਸੱਚੀ ਹੈ, ਉਹਦੀ ਕਿਰਤ ਸੱਚੜੀ ਹੈ। ਆਦੇਸ਼ ਤਿਸੈ ਆਦੇਸ਼, ਆਦੇਸ਼ ਤਿਸੈ ਆਦੇਸ਼। ਨਮਸਕਾਰ ਹੈ ਮੇਰੀ, ਸਦਾ ਹੈ ਮੇਰੀ, ਸਦਾ ਹੀ ਹੈ। ਕਿਹਨੂੰ? ਉਹਨੂੰ ਜਿਹਦੇ ਪਰਥਾਏ ਗੁਰੂ ਸਾਹਿਬ ਆਖਰੀ ਪੰਗਤੀ ਵਿੱਚ ਕਹਿੰਦੇ ਆ, ਗੁਰਖਾ ਤੂੰ ਕਹਿੰਦਾ ਮੱਥਾ ਟੇਕੋ, ਮੱਥੇ ਟਿਕਾ ਲਓ। ਗੁਰੂ ਨਾਨਕ ਸਾਹਿਬ ਕਹਿੰਦੇ ਮੈਂ ਕੀ ਆ ਉਸ ਪਰਮਾਤਮਾ ਦੇ। ਉਹਦੀ ਏਡਾ ਵੱਡਾ ਡਾਟਾ ਹੈ ਗੁਰੂ ਸਾਹਿਬ ਦੇ ਬੋਲ, ਜੋ ਆਪ ਰੱਬ ਨੇ, ਆਪ ਨਿਰੰਕਾਰ ਨੇ, ਆਪਣੇ ਆਪ ਨੂੰ ਕੁਝ ਨਹੀਂ ਮੰਨਦੇ। ਆਦ ਅਨੀਲ ਅਨਾਦ ਅਨਾਹਤ, ਜੋ ਆਦ ਕਾਲ ਤੋਂ ਹੈ, ਅਨੀਲ ਬੇਦਾਗ ਹੈ, ਅਨਾਦ ਆਦ ਤੋਂ ਮੁੱਢ ਪਹਿਲਾਂ ਸੀ, ਉਦੋਂ ਤੋਂ ਹੀ ਹੈ। ਜੁਗ ਜੁਗ ਏਕੋ ਵੇਸ। ਜੁਗਾ ਜੁਗਾ ਚ ਵੇਸ ਕਿਵੇਂ ਆ? ਕਿਉਂਕਿ ਅਨਾਹਤ ਹੈ, ਨਾਸ਼ ਨਹੀਂ ਹੁੰਦਾ। ਇੱਥੇ ਸਤਜੁਗ ਵਿੱਚ ਜੰਮਣ ਵਾਲੇ ਦੁਆਪਰ ਚ ਨਹੀਂ ਰਹੇ, ਦੁਆਪਰ ਵਿੱਚ ਜੰਮਣ ਵਾਲੇ ਤ੍ਰੇਤੇ ਚ ਨਹੀਂ ਰਹੇ, ਤ੍ਰੇਤੇ ਵਾਲੇ ਕਲਯੁਗ ਚ ਹੈ ਕੋਈ ਇੱਕ ਬੰਦਾ ਬਾਂਹ ਖੜੀ ਕਰਕੇ ਦੱਸੇ ਵੀ ਮੈਂ ਤੇ ਜੀ ਦੁਆਪਰ ਤ੍ਰੇਤੇ ਦਾ ਜੰਮਿਆ ਹੋਇਆ ਅਜੇ ਤੱਕ ਬੈਠਾ ਇੱਥੇ, ਤੇ ਕੋਈ 100 ਸਾਲ ਤੋਂ ਵੱਧ ਕੋਈ ਟਾਵਾਂ ਡਾਵਾਂ ਹੈ। ਕੋਈ ਉਹ 1-2% ਲੋਕ ਨੇ ਜਿਹੜੇ ਇੱਥੇ ਤੱਕ ਜਾਂਦੇ ਇੰਡੀਆ 'ਚ, ਸਾਡੇ ਭਾਰਤ 'ਚ ਖਾਸ ਕਰਕੇ। ਬਾਕੀ 70-80 ਤੇ ਬੁੜਕ ਜਾਂਦੇ ਇੱਥੇ, ਬਸ ਫਤਿਹ ਹੈ। ਇੰਨੀ ਕੀ ਜ਼ਿੰਦਗੀ ਹੈ, ਕੁਝ ਕਾਗ ਵਿਗਾੜੀ ਹੋਈ ਹੈ, ਕੁਝ ਕਰਮ ਐਸੇ ਕੀਤੇ ਹੋਏ ਆ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਭਾਈ ਉਹ ਨਿਰੰਕਾਰ ਹੀ ਸਭ ਕੁਝ ਕਰਨ ਵਾਲਾ ਏ, ਕਿਉਂਕਿ ਉਹ ਅਨਾਹਤ ਹੈ, ਨਾਸ਼ ਤੋਂ ਰਹਿਤ ਹੈ। ਉਹਨੂੰ ਕੋਈ ਮੁਕਾ ਨਹੀਂ ਸਕਦਾ, ਕਿਉਂਕਿ ਉਹ ਅਜ਼ੂਨੀ ਹੈ। ਉਹ ਕਿਸੇ ਜੂਨ ਵਿੱਚ ਨਹੀਂ ਆਉਂਦਾ, ਉਹ ਕਦੇ ਜੰਮਦਾ ਮਰਦਾ ਨਹੀਂ। ਜੁਗ ਜੁਗ ਏਕੋ ਵੇਸ, ਜੁਗ ਜੁਗ ਏਕੋ ਵੇਸ। ਆ ਜੁਗ ਵਿਚਾਰਾਂ ਦੇ ਤਲ ਤੇ ਨੇ। ਬੜੇ ਲੋਕ ਸੋਚਦੇ ਆ ਵੀ ਸਤਜੁਗ ਵਿੱਚ ਪਤਾ ਨਹੀਂ ਸੂਰਜ ਹੋਰ ਹੋਣਾ, ਚੰਦਰਮਾ ਹੋਰ ਹੋਊ, ਲੋਕ ਹੋਰ ਤਰ੍ਹਾਂ ਦੇ ਹੋਣਗੇ। ਨਹੀਂ, ਇਹੀ ਧਰਤੀ ਸੀ, ਸਭ ਕੁਝ ਇਹੀ ਸੀ। ਜੁਗ ਹੁੰਦੇ ਵਿਚਾਰ ਕਰਕੇ। ਜਿਵੇਂ ਅੱਜ ਤੋਂ ਕੁਛ ਦਿਨ ਬਾਅਦ
2022 ਚੜ੍ਹ ਜਾਣਾ ਹੈ। ਬਦਲੂਗਾ ਕੀ ਜੀ? ਕੈਲੰਡਰ ਦੀ ਤਰੀਕ ਬਦਲਦੀ ਹੈ, ਬੰਦਾ ਤਾਂ ਨਹੀਂ ਬਦਲਿਆ। ਆਪਣੀਆਂ ਕਰਤੂਤਾਂ ਬਦਲੀਆਂ ਕਦੇ? ਨਾ ਪਹਿਲਾਂ 18 'ਚ ਬਦਲੀਆਂ, ਨਾ 19 'ਚ ਬਦਲੀਆਂ, ਨਾ 20 'ਚ ਬਦਲੀਆਂ। ਕਰੋਨਾ ਟਾਈਮ ਵੀ ਨਹੀਂ ਬਦਲੇ ਅਸੀਂ, ਥੋੜ੍ਹਾ ਜਿਹਾ ਪ੍ਰਭਾਵ ਪਿਆ ਫਿਰ ਉਹੇ ਜਿਹਾ। ਸਿਰਫ ਕੈਲੰਡਰਾਂ ਦੀਆਂ ਤਰੀਕਾਂ ਬਦਲੀਆਂ, ਹੋਰ ਕੁਛ ਨਹੀਂ ਬਦਲਿਆ। ਇਸੇ ਤਰ੍ਹਾਂ ਯੁੱਗ ਵਿਚਾਰਾਂ ਦੇ ਤਲ ਤੇ ਜਿਉਂਦੇ ਆ। ਆਹ ਯੁੱਗ ਕਲ ਯੁੱਗ ਦਾ ਚੱਲਦਾ ਹੈ, ਜ਼ਮਾਨਾ ਕਹਿੰਦਾ ਸਾਇੰਸ ਦਾ ਯੁੱਗ ਹੈ, ਆਪਾਂ ਸਾਰੇ ਕਹਿੰਦੇ। ਅੱਜ ਤੋਂ 100 ਸਾਲ ਪਹਿਲਾਂ ਸਾਇੰਸ ਦਾ ਯੁੱਗ ਦਿਸਦਾ ਨਹੀਂ ਸੀ ਕਿਸੇ। ਅੱਜ ਕਿਉਂ ਹੈ? ਕਿਉਂਕਿ ਹਰ ਬੰਦੇ ਦੀ ਜੇਬ 'ਚ ਸਾਇੰਸ ਹੈ। ਹਰ ਇੱਕ ਦੇ ਕੱਪੜੇ ਸਾਇੰਸ ਨੇ ਧੋਤੇ ਆ, ਵਿਗਿਆਨ ਦੀਆਂ ਮਸ਼ੀਨਾਂ ਨੇ ਧੋਤੇ ਆ। ਜੇ ਕੁਝ ਪੜ੍ਹਿਆ, ਜੇ ਕੁਝ ਬਣਾਇਆ, ਲਾਈਟ ਨਾਲ ਕੀਤਾ। ਬੰਦਾ ਡਿਜੀਟਲ ਹੋਇਆ ਫਿਰਦਾ, ਯੁੱਗ ਵਿਗਿਆਨ ਦਾ। ਤੇ ਫਿਰ ਇਸ ਯੁੱਗ ਵਿੱਚ ਸਾਧਾਂ ਦੀਆਂ ਚੌਂਕੀਆਂ ਭਰਨ ਦਾ ਫਾਇਦਾ ਹੈ ਕੋਈ? ਧੂਣੇ ਤਪਾਉਣ ਦਾ ਫਾਇਦਾ ਹੈ ਕੋਈ? ਕਿਉਂਕਿ ਇਸ ਯੁੱਗ ਵਿੱਚ ਇੰਨਾ ਸੌਖਾ ਹੋ ਗਿਆ ਸੀ ਰੱਬ ਦਾ ਨਾਮ ਜਪਣਾ। ਇਹ ਮਹਾਨ ਯੁੱਗ ਹੈ। ਘਰ ਬੈਠੇ ਆ, ਰਜਾਈ 'ਚ ਬਹਿ ਕੇ ਤੁਸੀਂ ਦਰਬਾਰ ਸਾਹਿਬ ਤੋਂ ਕੀਰਤਨ ਸੁਣ ਲਓ, ਕਿਤੋਂ ਲਾ ਲਓ। ਸਤਿਯੁਗ 'ਚ ਸੀ ਇਹੋ ਜਿਹਾ ਕੁਛ? ਇੱਕ ਜਾਂਦਾ ਸੀ ਜੰਗਲਾਂ ਵਿੱਚ, ਸਾਰੇ ਪਰਿਵਾਰ ਨੂੰ ਕਹਿੰਦਾ ਸੀ ਅੱਜ ਤੋਂ ਮੈਨੂੰ ਮਰਿਆ ਸਮਝੋ, ਮੈਂ ਭਗਤੀ ਕਰਕੇ ਆਊਂ, ਵੇਖੀ ਜਾਊ। ਹੁਣ ਤੇ ਰਜਾਈ 'ਚ ਹੱਥ 'ਚ ਰਿਮੋਟ ਫੜਿਆ, ਇੱਥੇ ਹੀ ਆਨੰਦ ਹੈ। ਜੋ ਮਰਜ਼ੀ ਸੁਣ ਲਓ, ਜੋ ਮਰਜ਼ੀ ਵੇਖ ਲਓ, ਭਾਵੇਂ ਕਲਯੁਗ ਵੇਖ ਲਓ, ਭਾਵੇਂ ਸਤਿਯੁਗ ਵੇਖ ਲਓ, ਤੁਹਾਡੇ ਹੱਥ 'ਚ ਹੈ, ਤੁਹਾਡੇ ਮਨ 'ਚ ਹੈ। ਕਿੰਨਾ ਚੰਗਾ ਯੁੱਗ ਹੈ। ਗੁਰੂ ਨਾਨਕ ਸਾਹਿਬ ਮਹਾਰਾਜ ਆਖਦੇ, ਕਹਿੰਦੇ ਭਾਈ ਉਹ ਵਾਹਿਗੁਰੂ ਆਪ ਜੁਗ ਜੁਗ ਏਕੋ ਵੇਸ, ਉਹਦਾ ਇੱਕੋ ਹੀ ਲਿਬਾਸ ਸੀ, ਉਹ ਸੀ ਸੱਚ। ਉਹ ਸੱਚਾ ਹੀ ਸੀ। ਉਹ ਉਦੋਂ ਵੀ ਸੱਚਾ ਹੈ, ਅੱਜ ਵੀ ਸੱਚਾ ਹੈ, ਸਦਾ ਹੀ ਸੱਚਾ ਰਹੇਗਾ। ਕਿਉਂਕਿ ਰੱਬ ਸੱਚ ਹੈ, ਰੁੱਤ ਹੈ। ਗੁਰੂ ਸਾਹਿਬ ਕਹਿੰਦੇ ਜੁਗ ਜੁਗ ਏਕੋ ਵੇਸ। ਸਿੱਧਾਂ ਨੂੰ ਸਮਝਾਉਂਦੇ ਆ, ਕਹਿੰਦੇ ਹਰ ਯੁੱਗ ਵਿੱਚ ਰੱਬ ਸੀ। ਕਿ ਸਤਿਯੁਗ ਵਿੱਚ ਲੋਕ ਰੱਬ ਨੂੰ ਨਹੀਂ ਸੀ ਮੰਨਦੇ, ਦੁਆਪਰ 'ਚ ਨਹੀਂ ਸੀ ਮੰਨਦੇ, ਤ੍ਰੇਤੇ 'ਚ ਨਹੀਂ ਸੀ ਮੰਨਦੇ, ਭਾਵੇਂ ਕਿ ਇਹਨਾਂ ਯੁੱਗਾਂ ਦੇ ਅਵਤਾਰ ਸਨ। ਸਤਿਯੁਗ ਵਿੱਚ ਦੱਤਾਤਰੇ ਵਰਗੇ ਹੋਏ ਸਨ, ਫਿਰ ਆਉਣ ਵਾਲੇ ਸਮੇਂ 'ਚ ਕ੍ਰਿਸ਼ਨ ਜੀ ਹੋਏ, ਰਾਮਚੰਦਰ ਜੀ ਹੋਏ, ਸ਼ਿਵ ਵਰਗੇ ਦੇਵਤੇ ਹੋਏ, ਕਿੰਨੇ ਹੋ ਗਏ। ਰੱਬ ਉਦੋਂ ਵੀ ਇੱਕ ਸੀ, ਅੱਜ ਵੀ ਕੋਈ ਹੈ, ਸਦਾ ਹੀ ਇੱਕ ਨੇ ਰਹਿਣਾ ਏ। ਸੋ ਪਈ ਗੁਰ ਕੀ ਬਚਨ ਸੁਣੇ ਗੋਰਖ ਜਬ, ਪੁਨ ਬੂਜਨ ਹਿਤ ਬੋਲਤ ਭਾ ਤਬ। ਸਤਿਗੁਰਾਂ ਦੇ ਬਚਨਾਂ ਨੂੰ ਜਿਸ ਵੇਲੇ ਸੁਣਿਆ, ਇਹ 4 ਪੌੜੀਆਂ ਗੁਰੂ ਨਾਨਕ ਸਾਹਿਬ ਜੀ ਨੇ ਸੁਮੇਰ ਪਰਬਤ ਤੇ ਉਚਾਰਨ ਕੀਤੀਆਂ। ਮੁੰਦਾ ਸੰਤੋਖ ਸਰਮ ਪਦ ਝੋਲੀ, ਧਿਆਨ ਕੀ ਕਰਾ ਵਿਭੂਤ। ਇੱਥੋਂ ਸ਼ੁਰੂ ਹੋ ਗਏ। ਗੋਰਖਨਾਥ ਸੁਣ ਕੇ ਨਾ ਅੰਦਰੋਂ ਅੰਦਰ ਤੇ ਜਾਣ ਗਿਆ ਵੀ ਪਰਿਪੂਰਨ ਨੇ। ਪਰ ਆਦਤ ਕਾਹਨੂੰ ਜਾਂਦੀ ਹੈ? ਰੱਸੀ ਸਾੜ ਦਿਓ, ਵੱਟ ਤਾਂ ਨਹੀਂ ਜਾਂਦੇ। ਬੰਦਾ ਲੱਖ ਗੁਰਦੁਆਰੇ ਰਹਿਣ ਲੱਗ ਜੇ, ਗੁਰੂ ਘਰ ਮੰਦਰ ਮਸਜਿਦ ਆਉਣ ਲੱਗ ਜੇ, ਮਾਫ ਕਰਿਓ ਬਹੁਤਾਤ ਵਿੱਚ ਆਦਤਾਂ ਨਹੀਂ ਜਾਂਦੀਆਂ। ਸਤਿਨਾਮ ਸੁਭਾਅ ਨਹੀਂ ਜਾਂਦਾ, ਉਹੀ ਸੁਭਾਅ ਰਹਿੰਦਾ। ਜੇ ਕੋਈ ਕਸਾਈ ਸੀ ਨਾ, ਉਹ ਧਰਮੀ ਹੋ ਕੇ ਵੀ ਕਸਾਈ ਪੁਣਾਈ ਕਰਦਾ, ਇਹਨੂੰ ਕੁੱਟ ਦਿਓ, ਇਹਨੂੰ ਬੰਨ ਲਓ, ਇਹ ਤੁਹਾ ਕਰਾ ਦਿਓ। ਜੇ ਕੋਈ ਪਹਿਲਾਂ ਤਰਸਵਾਨ ਸੀ, ਉਹ ਧਾਰਮਿਕ ਬਣ ਕੇ ਵੀ ਤਰਸੀ ਕਰੀ ਜਾਂਦਾ। ਬਿਰਤੀ ਨਹੀਂ ਜਾਂਦੀ। ਬਹੁਤ ਘੱਟ ਲੋਕ ਨੇ ਜਿਨ੍ਹਾਂ ਤੇ ਗੁਰੂ ਦੀ ਕਿਰਪਾ ਹੁੰਦੀ ਹੈ, ਭਾਗਾਂ ਵਾਲੇ ਨੇ ਉਹ ਜਿਹੜੇ ਬਿਰਤੀ ਬਦਲ ਲੈਂਦੇ ਆ। ਪਰ ਬਿਰਤੀ ਬਦਲ ਲੈਂਦੇ ਨੇ, ਪਹਿਲਾਂ ਹੋਰ ਸੀ ਹੁਣ ਹੋਰ ਹੈ। ਬੜੇ ਲੋਕ ਐਸੇ ਤੁਸੀਂ ਵੇਖ ਕੇ, ਨਸ਼ੇੜੀ ਸੀ, ਮਾੜੇ ਮਾੜੇ ਕੰਮ ਕਰਦੇ ਸੀ, ਜਿੱਦਣ ਗੁਰੂ ਘਰ ਆ ਕੇ ਗੁਰੂ ਕਲਗੀਧਰ ਦਾ ਅੰਮ੍ਰਿਤ ਪਾਨ ਕਰ ਲਿਆ ਨਾ, ਐਡਾ ਚੜ੍ਹਦੀ ਕਲਾ ਵਾਲਾ ਜੀਵਨ ਹੋ ਗਿਆ। ਲੋਕੀ ਸਿੱਖਿਆ ਲੈਂਦੇ ਉਹਨਾਂ, ਬਦਲ ਗਏ। ਦੁਨੀਆ ਦਾ ਪਰਿਵਰਤਨ ਕੀ ਹੈ? ਸਾਡੀ ਦੌੜ ਲੱਗੀ, ਮੈਂ ਉਹਨੂੰ ਚੇਂਜ ਕਰਦੇ ਆ, ਮੈਂ ਉਹਨੂੰ ਬਦਲਦੇ ਆ। ਨਹੀਂ, ਖੁਦ ਨੂੰ ਬਦਲ ਕੇ ਵੇਖ। ਸਮਾਜ ਬਦਲਿਆ ਬਦਲਿਆ ਦਿਸੇਗਾ। ਆਖੋ ਸਤਿਨਾਮ। ਅੱਜ ਅਸੀਂ ਆਪਣੇ ਆਪ ਨੂੰ ਨਹੀਂ ਬਦਲਿਆ, ਅਸੀਂ ਡਰੇ ਹੋਏ ਹਾਂ ਲੋਕਾਂ, ਪਰਿਵਾਰ ਤੋਂ ਡਰ ਰਹੇ ਹਾਂ, ਲੋਕਾਂ ਤੋਂ ਡਰ ਰਹੇ ਹਾਂ, ਬੇਹੋਈਆਂ ਗੱਲਾਂ ਤੋਂ। ਕਿਤੇ ਆ ਐਦਾਂ ਨਾ ਹੋ ਜੇ, ਐਵੇਂ ਨਾ ਹੋ ਜੇ। ਇਹ ਕੀ ਸੀ? ਬੇਹੂਦੀਆਂ ਗੱਲਾਂ, ਕਾਲਪਨਿਕ ਗੱਲਾਂ, ਉਹਨਾਂ ਦੇ ਡਰ ਪਿਆ। ਪਰ ਸੱਚਾ ਬੰਦਾ ਕਹਿੰਦਾ ਮੈਨੂੰ ਡਰ ਕੋਈ ਨਹੀਂ, ਮੈਨੂੰ ਪਰਵਾਹ ਕਿਸੇ ਦੀ ਨਹੀਂ, ਜਿਹਨੇ ਜੋ ਕਹਿਣਾ ਕਹੇ, ਕਿਉਂਕਿ ਰੱਬ ਨਾਲ ਹੈ, ਗੁਰੂ ਨਾਲ ਹੈ, ਲੇਖਾ ਹੀ ਉਹਨੂੰ ਦੇਣਾ। ਗੁਰੂ ਨਾਨਕ ਸਾਹਿਬ ਦੇ ਬਚਨਾਂ ਨੂੰ ਸੁਣ ਕੇ ਗੋਰਖਨਾਥ ਬਦਲਦਾ ਤੇ ਹੈ ਨਹੀਂ, ਕਿਉਂਕਿ ਆਪਣੇ ਆਪ ਨੂੰ ਗੁਰੂ ਮੰਨਦਾ। ਉਹ ਤੇ ਕਹਿੰਦਾ ਸੀ ਤੁਸੀਂ ਮੈਨੂੰ ਗੁਰੂ ਮੰਨੋ, ਮੈਂ ਤੁਹਾਨੂੰ ਸਿੱਧਾਂ ਦਾ ਮੁਖੀ ਬਣਾ ਦਿੰਦਾ, ਨਾਥ ਬਣਾ ਦਿੰਦਾ। ਪਰ ਅੰਦਰੋਂ ਸ਼ਰਮਿੰਦਾ ਬਹੁਤ ਹੈ ਵੀ ਜਿਹੜੀਆਂ ਚਪੇੜਾਂ ਇਹਨਾਂ ਨੇ ਮਾਰੀਆਂ ਨੇ ਨਾ, ਹੈ ਤੇ ਖਰੀਆਂ ਸੱਚੀਆਂ ਨੇ, ਇਹਨਾਂ ਦਾ ਤੋੜ ਕੋਈ ਨਹੀਂ। ਕਿਉਂ ਕਰ ਤੁਮ ਇਹ ਠਾਂ ਚੱਲ ਆਏ। ਫਿਰ ਸਤਿਗੁਰਾਂ ਨੂੰ ਸਵਾਲ ਕਰਦਾ ਹੈ, ਕਹਿੰਦਾ ਤੁਸੀਂ ਇੱਥੇ ਕਿਉਂ ਆਏ ਹੋ? ਜਦੋਂ ਕਿਸੇ ਨੂੰ ਕੁਝ ਸੁਝੇ ਨਾ, ਕੋਈ ਤੁਹਾਡੇ ਆਫਿਸ ਆਇਆ ਹੈ,
ਪਤਾ ਤੁਸੀਂ ਲੈਣ ਦੇਣ ਵਿੱਚ ਹਾਰ ਗਏ ਹੋ, ਨੀਵੇਂ ਹੋ ਗਏ, ਮੁੱਕਰ ਗਏ, ਜਾਂ ਤੁਸੀਂ ਉਸ ਬੰਦੇ ਦਾ ਕੇਸ ਫੋਲੋ ਨਹੀਂ ਕਰ ਸਕੇ। ਆਖਰੀ ਹਥਿਆਰ ਬੰਦੇ ਦਾ ਕੀ ਹੁੰਦਾ? ਕਹਿੰਦਾ ਤੂੰ ਇੱਥੇ ਆਇਆ ਕੀ ਕਰਨਾ? ਤੈਨੂੰ ਮੈਂ ਕਿਹਾ ਸੀ ਰੋਕ ਨਹੀਂ ਜਾਂਦਾ, ਕਿਉਂ ਆਇਆ? ਹੁਣ ਗੋਰਖਨਾਥ ਗੁਰੂ ਨਾਨਕ ਸਾਹਿਬ ਨੂੰ ਪੁੱਛਦਾ ਹੈ ਤੁਸੀਂ ਇੱਥੇ ਕੀ ਕਰਨਾ ਹੈ? ਆਪ ਹੀ ਥੋੜਾ ਆ ਗਏ, ਤਰਲੇ ਕਰਦੇ ਫਿਰਦੇ ਸੀ ਮਹਾਰਾਜ ਨੂੰ ਇੱਥੇ ਲੈ ਆਓ, ਇਸ ਸਭਾ 'ਚ ਲੈ ਆਓ। ਅੱਜ ਉਹ ਗੋਰਖਨਾਥ ਗੁਰੂ ਬਾਬਾ ਜੀ ਨੂੰ ਪੁੱਛਦਾ ਹੈ ਤੁਸੀਂ ਇੱਥੇ ਕਰਨ ਕੀ ਆਏ ਹੋ? ਕੌਣ ਮਨੋਰਥ ਦੇਹੋ ਬਤਾਏ। ਦੱਸੋ ਤੁਹਾਡਾ ਮਨੋਰਥ ਕੀ ਹੈ, ਤੁਹਾਡੀ ਇੱਛਾ ਕੀ ਹੈ, ਕਿਉਂ ਆਏ ਹੋ ਤੁਸੀਂ ਇੱਥੇ? ਮਹਾਰਾਜ ਮੁਸਕਰਾਈ ਜਾਣ ਵੀ ਆਪੇ ਹੀ ਘਰੇ ਬੁਲਾ ਕੇ ਕਿਸੇ ਨੂੰ ਪੁੱਛੋ ਵੀ ਹਾਂ ਬਈ ਤੂੰ ਕਿਉਂ ਆਇਆ। ਸੁਭਾਵਕ ਹੈ, ਪੁਰਾਣੇ ਬਜ਼ੁਰਗ ਕਹਿ ਦਿੰਦੇ ਸੀ ਕੋਈ ਰਿਸ਼ਤੇਦਾਰ ਘਰੇ ਕਹਿੰਦੇ ਬਾਈ ਕਿਵੇਂ ਆਇਆ। ਅੱਜ ਕੱਲ੍ਹ ਵਾਲੇ ਨੂੰ ਕਹਿ ਕੇ ਵੇਖੋ, ਅਗਲਾ ਕਹਿੰਦਾ ਫਿਰ ਗਲਤੀ ਕਰ ਲਈ ਜੀ ਮੈਂ ਆ ਕੇ ਤੁਹਾਡੇ, ਤੁਸੀਂ ਤਾਂ ਇੱਦਾਂ ਪੁੱਛਦੇ ਹੋ ਕਿਉਂ ਆਇਆ। ਕਿਉਂਕਿ ਕਈ ਤਰੀਕੇ ਹੋ ਸਕਦੇ ਪੁੱਛਣ ਦੇ, ਕਈ ਉਹਦੇ ਪਿੱਛੇ ਨਜ਼ਰੀਏ ਹੋ ਸਕਦੇ ਆ। ਸਤਿਗੁਰਾਂ ਨੂੰ ਕਹਿੰਦਾ ਤੁਹਾਡਾ ਮਨੋਰਥ ਕੀ ਸੀ ਇੱਥੇ ਆਉਣ ਦਾ? ਕਿਉਂਕਿ ਹੁਣ ਲੱਗਦਾ ਗੁਰਖ ਨੂੰ ਵੀ ਮੇਰਾ ਪੰਥ ਅੱਗੇ ਨਹੀਂ ਜਾਏਗਾ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੂੰ ਮੈਂ ਆਪਣੇ ਪਿੱਛੇ ਲਾ ਨਹੀਂ ਸਕਦਾ। ਸੋ ਮੈਂ ਕਰੂੰ ਸਪੂਰਨ ਤੁਮਰੋ। ਕਹਿੰਦਾ ਮੈਂ ਤੁਹਾਡੀ ਹਰ ਇੱਛਾ ਪੂਰੀ ਕਰ ਸਕਦਾ ਜੇ ਤੁਸੀਂ ਮੈਨੂੰ ਇਹ ਦੱਸ ਦਿਓ ਵੀ ਤੁਹਾਡੇ ਆਉਣ ਦਾ ਕਾਰਨ ਕੀ ਹੈ। ਲੈ ਦੱਸ, ਮਹੀਨਾ ਹੋ ਚੱਲਿਆ ਚਰਚਾ ਕਰਦਿਆਂ ਨੂੰ, ਅੱਜ ਪੁੱਛਦਾ ਕਹਿੰਦਾ ਕਿਉਂ ਆਈ। ਸੌਖਾ ਜਿਹਾ ਮਨਾਉਣ ਨੂੰ ਫਿਰਦਾ, ਇੱਛਾ ਦੱਸ ਦਿਓ ਵੀ ਕੀ ਮੰਗਣਾ ਚਾਹੁੰਦੇ ਹੋ, ਆਪਾਂ ਡਿਸਕਸ਼ਨ ਕਰ ਲੈਂਦੇ ਹਾਂ, ਵਿਚਾਰ ਚਰਚਾ ਕਰ ਲੈਂਦੇ ਹਾਂ। ਗੁਰੂ ਸਾਹਿਬ ਨਾਲ ਮੁਸਕਰਾਈ ਜਾਣ ਦੇ ਕੇ ਵੀ ਗੱਲਾਂ ਤੇ ਇਦਾਂ ਕਰਦਾ ਜਿਵੇਂ ਬਹੁਤ ਭੋਲਾ ਹੋਵੇ, ਪਤਾ ਹੀ ਨਹੀਂ। ਇਹ ਹੈ ਚਲਾਕੀ, ਤੁਹਾਨੂੰ ਸਭ ਕੁਝ ਪਤਾ ਹੈ। ਤੁਹਾਡੇ ਮਿੱਤਰ ਨੂੰ, ਰਿਸ਼ਤੇਦਾਰ ਨੂੰ, ਦੋਸਤ ਨੂੰ ਕਿਹੜੀ ਚੀਜ਼ ਪਸੰਦ ਹੈ ਤੁਹਾਨੂੰ ਪਤਾ ਹੁੰਦਾ ਨਾ। ਫਲਾਣਾ ਆਊਗਾ ਉਹ ਫਲਾਣੀ ਦਾਲ ਪਸੰਦ ਕਰਦਾ ਹੈ, ਫਲਾਣਾ ਸਿੰਘ ਆ ਜਾਏ ਉਹਨੂੰ ਇਹ ਸਬਜ਼ੀ ਪਸੰਦ ਹੈ, ਉਹਨੂੰ ਆ ਚਾਵਲ ਪਸੰਦ ਨੇ। ਤੇ ਫਿਰ ਸਾਡੀ ਬੇਈਮਾਨੀ ਕੀ ਹੈ? ਜਾਣ ਬੁੱਝ ਕੇ ਸਾਹਮਣੇ ਆ ਕੇ ਪੁੱਛਣਾ ਕੀ ਬਣਾਈਏ ਜੀ। ਫਿਰ ਜੇ ਅਗਲਾ ਕਹੇ ਕੋਈ ਨਹੀਂ ਜੀ ਮੈਂ ਘਰ ਜਾ ਕੇ ਰੋਟੀ ਖਾਈ ਆਊਂਗਾ, ਮੈਂ ਖਾਈ ਲੈਣੀ ਹੈ, ਕੋਈ ਬੇਈਮਾਨੀ ਹੈ ਨਾ ਸਾਡੀ। ਉਹ ਕੀ ਹੈ ਵੀ ਜੇ ਕਹਿ ਦੇ ਲੋੜ ਹੀ ਨਹੀਂ ਬਣਾਉਣ ਦੀ, ਜੋ ਬਣਿਆ ਖਾ ਲਾਂਗੇ। ਅਸਲ ਗੱਲ ਤੇ ਆਹੀ ਹੈ। ਪਰ ਜਿਹਨੂੰ ਪਤਾ ਇਹਨੂੰ ਇਹ ਪਸੰਦ ਆ ਉਹ ਇਹ ਥੋੜਾ ਪੁੱਛਦਾ ਵੀ ਤੂੰ ਆਇਆ ਕਿਉਂ ਹੈ, ਕੀ ਕਰਨ ਆਇਆ, ਰਾਤ ਰਹੇਗਾ ਕਿ ਨਹੀਂ। ਇਹ ਚਲਾਕੀਆਂ ਨੇ, ਸਾਨੂੰ ਪਤਾ ਹੈ। ਮੂੰਹ ਹਨੇਰੇ ਕੋਈ ਰਿਸ਼ਤੇਦਾਰ ਸਾਕ ਸੰਬੰਧੀ ਘਰੇ ਆ ਗਿਆ, ਹਨੇਰਾ ਹੋ ਗਿਆ, ਜਾਣ ਦਾ ਸਮਾਂ ਨਹੀਂ, ਤੁਸੀਂ ਉਹਨੂੰ ਪੁੱਛੋ ਰਾਤ ਰਹੋਗੇ ਜੀ। ਕਿੱਡੀ ਮਾੜੀ ਸੋਚ ਹੈ, ਕਿੱਡਾ ਬੇਈਮਾਨ ਹੈ ਕਿ ਤੁਹਾਨੂੰ ਪਤਾ ਨਹੀਂ ਹੈ ਵੀ ਉਹ ਕਿਸੇ ਘਰ ਦਾ ਸਹਾਰਾ ਲੈ ਕੇ ਆਇਆ, ਮੇਰਾ ਕੋਈ ਰਹਿੰਦਾ, ਮੈਨੂੰ ਰਹਿਣਾ ਚਾਹੀਦਾ ਇੱਥੇ। ਅੱਗੇ ਤੁਸੀਂ ਪੁੱਛ ਲਓ ਵੀ ਕਿਵੇਂ ਆਏ ਹੋ, ਰਾਤ ਰਹੋਗੇ ਕਿ ਨਹੀਂ, ਉਹ ਸਾਰੀ ਰਾਤ ਸੌਂ ਨਹੀਂ ਸਕਦਾ। ਆਇਆ ਤੇ ਰਾਤ ਰਹਿਣੀ ਸੀ। ਕਈ ਵਾਰ ਅਗਲਾ ਸ਼ਰਮਿੰਦਾ ਜਾ ਕੇ ਕਹਿੰਦਾ ਨਹੀਂ ਮੈਂ ਤੇ ਵੈਸੇ ਆਇਆ ਸੀ, ਚਲੋ ਗੇੜਾ ਮਾਰ ਆਈਏ, ਰਿਸ਼ਤੇਦਾਰ ਮਿਲ ਹੀ ਆਈਏ, ਹੈ ਨਾ। ਫਿਰ ਗੁਰੂ ਨਾਨਕ ਸਾਹਿਬ ਜੀ ਨੂੰ ਆਪੇ ਹੀ ਸੱਦਾ ਦੇ ਕੇ ਕਹਿੰਦਾ ਆਪਣਾ ਮਨੋਰਥ ਦੱਸੋ, ਜੋ ਤੁਹਾਡੀ ਚਾਹਤ ਹੈ ਮੈਂ ਪੂਰੀ ਕਰ ਦਿਆਂਗਾ। ਸੱਚ ਬਚਨ ਇਹ ਮਾਨੋ ਹਮਰੋ। ਕਹਿੰਦਾ ਮੇਰਾ ਬਚਨ ਸੱਚਾ ਕਰਕੇ ਮੰਨ ਲਓ, ਤੁਸੀਂ ਸੱਚੀ ਗੱਲ ਦੱਸ ਦਿਓ, ਜੋ ਕਹੋਗੇ ਉਹ ਦਿਆਂਗਾ। ਗੋਰਖਨਾਥ ਦੀ ਇਹ ਬੇਈਮਾਨੀ ਹੈ। ਬੇਈਮਾਨੀ ਉੱਥੇ ਹੁੰਦੀ ਹੈ ਜਿੱਥੇ ਤੁਹਾਨੂੰ ਪਤਾ ਹੈ ਵੀ ਇਸ ਵਿਅਕਤੀ ਦਾ ਇਸ ਚੀਜ਼ ਬਿਨਾਂ ਸਰ ਨਹੀਂ ਸਕਦਾ, ਪਰ ਅਸੀਂ ਉਹਨੂੰ ਜਾਣ ਬੁੱਝ ਕੇ ਟਾਲ ਮਟੋਲ ਕਰਕੇ ਪੁੱਛਦੇ ਹਾਂ ਇਹਦੇ ਨਾਲ ਸਰਜੂ ਰਹਿਣ ਦੀਏ। ਇਹ ਬੇਈਮਾਨੀ ਸਾਡੀ, ਸਾਨੂੰ ਪਤਾ ਹੈ। ਇਸ ਮਨੁੱਖ ਨੇ ਆਫਿਸ ਜਾਣਾ, ਇਹਦਾ ਗੱਡੀ ਬਿਨਾਂ ਸਰਦਾ ਨਹੀਂ, ਪਰ ਅਸੀਂ ਕਹਿੰਦੇ ਹਾਂ ਵੀ ਅੱਜ ਮੈਂ ਲੈ ਜਾਣਾ, ਤੁਸੀਂ ਤੇ ਜਾ ਹੀ ਸਕਦੇ ਹੋ, ਪਤਾ ਸਾਨੂੰ ਉਹਦਾ ਸਰਨਾ ਨਹੀਂ। ਇਹ ਸਾਡੀ ਚਲਾਕੀ ਹੈ, ਬੇਈਮਾਨ ਹੈ ਸਾਡੇ ਅੰਦਰ ਦਾ। ਅਸੀਂ ਆਪਣੇ ਬਾਰੇ ਸੋਚ ਰਹੇ ਹਾਂ, ਕਿਸੇ ਬਾਰੇ ਨਹੀਂ। ਗੋਰਖਨਾਥ 84 ਸੱਧਾਂ ਦੇ ਵਿੱਚ ਬੈਠਾ ਗੁਰੂ ਬਾਬਾ ਜੀ ਨੂੰ ਪੁੱਛਦਾ ਹੈ, ਕਹਿੰਦਾ ਕੁਛ ਚਾਹੀਦਾ ਹੋਵੇ ਤੇ ਦੱਸਿਓ, ਜੇ ਕੁਛ ਚਾਹੀਦਾ ਹੋਵੇ ਪਰ ਬੋਲਿਓ ਸੱਚ। ਹੁਣ ਦੱਸੋ, ਨੂੰ ਇਹ ਨਹੀਂ ਪਤਾ ਵੀ ਇਹ ਸੱਚ ਤੋਂ ਬਿਨਾਂ ਗੱਲ ਹੀ ਨਹੀਂ ਕਰਦੇ ਕੋਈ। ਇਹਨਾਂ ਸੱਚ ਨੂੰ ਆਪਣਾ ਖਸਮ ਮੰਨਿਆ ਹੋਇਆ। ਇਹ ਕਹਿੰਦੇ ਆ ਇਹੋ ਸੱਚ ਸਭਨਾ ਦਾ ਖਸਮ ਹੈ, ਜਿਸ ਬਖਸ਼ੇ ਸੋ ਜਨ ਪਾਵੇ। ਵੀ ਸਾਡਾ ਸੱਚ ਰੱਬ ਪਿਆਰਾ ਸਾਰੀ ਦੁਨੀਆ ਦਾ ਖਸਮ ਹੈ, ਉਹ ਸਭ ਦੇ ਨਾਲ ਹੈ। ਪਰ ਗੋਰਖਨਾਥ ਗੁਰੂ ਨਾਨਕ ਸਾਹਿਬ ਨੂੰ ਪੁੱਛਦਾ ਹੈ, ਕਹਿੰਦਾ ਸੱਚੀ ਸੱਚੀ ਗੱਲ ਦੱਸੋ, ਕਿਸ ਵਸਤੂ ਦੀ ਜ਼ਰੂਰਤ ਹੈ। ਸ਼੍ਰੀ ਗੁਰ ਕਹੇ ਮਨੋਰਥ ਮੇਰੇ, ਸਤਿਗੁਰ ਪੂਰੇ ਹੈ ਇੱਕ ਬੇਰੇ।
ਨਾਨਕ ਸਾਹਿਬ ਹੱਸੇ, ਕਹਿੰਦਾ ਹੱਸਦੇ ਕਿਉਂ? ਗੁਰੂ ਬਾਬਾ ਜੀ ਕਹਿੰਦੇ ਗੋਰਖ ਸਾਡੇ ਅੰਦਰ ਦੇ ਮਨੋਰਥ ਉਸ ਵਾਹਿਗੁਰੂ ਨੇ ਇੱਕ ਵਾਰ ਹੀ ਪੂਰੇ ਕਰਦੇ। ਆਖੋ ਸਤਿਨਾਮ। ਇੱਛਾ ਸਭ ਪੁਜਾਈਆਂ, ਕਰ ਸ਼ਾਂਤ ਸੁਖ ਮਨ ਆਏ ਵਸਿਆ, ਜਿਨ ਇੱਛਾ ਸਭ ਪੁਜਾਈਆਂ। ਐਸਾ ਵਾਹਿਗੁਰੂ ਜਿਹਨੇ ਇੱਕ ਵਾਰ ਦੇ ਵਿੱਚ ਇੱਛਾ ਪੂਰੀਆਂ ਕਰਦੀਆਂ, ਵਾਰ-ਵਾਰ ਲੋੜ ਨਹੀਂ। ਉਹ ਕਿਵੇਂ ਹੈ? ਤੁਸੀਂ ਕੁਝ ਖਾ ਰਹੇ ਹੋ, ਤੁਹਾਨੂੰ ਬਹੁਤ ਪਸੰਦ ਹੈ, ਤੁਸੀਂ ਗਏ ਰੱਜ ਰਹੇ, ਤਸੱਲੀ ਨਾਲ। ਏਦਾਂ ਲੱਗਦਾ ਵੀ ਗਲ ਤੱਕ ਆ ਗਿਆ, ਵੀ ਹੁਣ ਤੇ ਬਸ ਹੋ ਗਈ ਜੀ। ਹੁਣ ਤੇ ਕੋਈ ਆਖੇ ਨਾ ਚਾਹ ਪੀ ਲਾਓ ਵੀ ਦੁਸ਼ਮਣ ਲੱਗਦਾ, ਮੈਂ ਨਹੀਂ ਪੀ ਸਕਦਾ, ਪਾਣੀ ਦਾ ਸਿਪ ਵੀ ਨਹੀਂ ਪੀ ਸਕਦਾ। ਤਸੱਲੀ ਹੋ ਗਈ ਨਾ। ਲੈ ਹੁਣ ਰੱਜੇ ਹੋਏ ਬੰਦੇ ਸਾਹਮਣੇ ਆਖੋ ਡੋਸਾ ਖਾਏਗਾ, ਪੀਜ਼ਾ ਖਾ ਲੇਗਾ, ਇਟਾਲੀਅਨ ਹੈ, ਕੈਨੇਡੀਅਨ ਹੈ, ਉਹ ਕਹਿੰਦਾ ਅੱਗ ਲੱਗੇ ਤੇਰੇ ਪੀਜੇ ਨੂੰ, ਇੱਥੇ ਸਾਹ ਨਹੀਂ ਆਉਂਦਾ, ਮੈਥੋਂ ਤੇ ਪਾਣੀ ਨਹੀਂ ਪੀਤਾ ਜਾਂਦਾ। ਉਤਰੇ ਪਤਾ ਨਾ, ਉਹਨੂੰ ਕੁਛ ਵੀ ਚੰਗਾ ਨਹੀਂ ਲੱਗਦਾ। ਹੁਣ 36 ਪ੍ਰਕਾਰ ਦੇ ਭੋਜਨ, ਜੋ ਮਰਜ਼ੀ ਲਿਸਟ ਰੱਖੀ ਚੱਲੋ, ਆਹ ਖਾ ਲਾ, ਆਹ ਖਾ ਲਾ, ਕਹਿੰਦਾ ਬਸ ਕਰੇਗਾ, ਹੱਥ ਜੋੜਾਂ, ਨਹੀਂ ਖਾਣਾ। ਜਦੋਂ ਗੁਰੂ ਸਾਹਿਬ ਨੂੰ ਪੁੱਛਦਾ, ਕਹਿੰਦਾ ਕੁਛ ਹੋਰ? ਇਹ ਰੱਜਣ, ਇਹਨੂੰ ਕਹਿੰਦੇ ਤ੍ਰਿਪਤ ਹੋਣਾ। ਮਰਦ ਕਹਿੰਦੀ ਉਸ ਵਾਹਿਗੁਰੂ ਨੇ ਜੋ ਦੇਣਾ ਸੀ ਜਨਮ ਵੇਲੇ ਸਭ ਕੁਝ ਦੇਤਾ। ਗੋਰਖਾ ਮੈਂ ਤੇਰੇ ਅੱਗੇ ਹੱਥ ਕਿਉਂ ਅੱਡਾਂ? ਆਖੋ ਸਤਿਨਾਮ। ਮੈਨੂੰ ਲੋੜ ਹੀ ਨਹੀਂ ਕੁਛ। ਕਿੱਡਾ ਵੱਡਾ ਵਡੱਪਣ ਹੈ। ਸਤਿਗੁਰੂ ਕਹਿੰਦੇ ਅਸੀਂ ਲੈਣ ਥੋੜਾ ਆਏ ਆ, ਕੁਛ ਨਹੀਂ ਲੈਣਾ ਤੇਰੇ ਤੋਂ, ਕਿਉਂਕਿ ਸਾਨੂੰ ਦੇਣ ਵਾਲਾ ਸਾਡਾ ਦਾਤਾ ਸਤਿਗੁਰੂ ਸਦਾ ਹੀ ਸਲਾਮਤ ਹੈ। ਦੇਖਿਆ ਲੀਜੇ ਜੇ ਤੁਮ ਚਾਹੀ, ਪੂਰੋ ਮੈਂ ਚਿਤੋ ਮਨ ਮਾਹੀ। ਗੋਰਖ ਪਰਦੇ ਜੇ ਨਾਲ ਕਹਿੰਦਾ ਚਲੋ ਜੇ ਤੁਸੀਂ ਹੋਰ ਕੁਛ ਨਹੀਂ ਲੈਣਾ ਤਾਂ ਮੇਰੇ ਤੋਂ ਦੀਖਿਆ ਲੈ ਲਓ, ਗੁਰੂ ਬਣਾ ਲਓ, ਮੈਨੂੰ ਸਭ ਕੁਝ ਦੇ ਦਿਆਂਗਾ, ਆਪਣੀ ਗੱਦੀ ਤੱਕ ਦੇ ਦਿਆਂਗਾ। ਆਫਰ ਦੇ ਰਿਹਾ। ਉਹਨੂੰ ਪਤਾ ਵੀ 84 ਸਿੱਧ ਸਾਰੀ ਹਾਰ ਗਏ, ਹੋਣਾ ਕੁਛ ਨਹੀਂ। ਹਾਰ ਮੈਂ ਵੀ ਗਿਆ ਜੇ ਲੈਣ ਦੇਣ ਦੇ ਚੱਕਰ 'ਚ ਹੀ ਮੰਨ ਜਾਣ, ਕਿਉਂਕਿ ਲੈਣ ਦੇਣ ਬਹੁਤ ਵੱਡੀ ਚੀਜ਼ ਹੈ। ਤੁਹਾਨੂੰ ਕੋਈ ਘਰੇ ਆ ਕੇ ਕੁਛ ਦੇ ਜਾਏ, ਤੁਹਾਡਾ ਵੀ ਦਿਲ ਕਰਦਾ ਅੱਜ ਅਸੀਂ ਵੀ ਕੁਛ ਦੇ ਕੇ ਆਈਏ। ਦਿਲ ਜਿੱਤਿਆ ਜਾਂਦਾ, ਖਿੱਚਿਆ ਜਾਂਦਾ। ਇੱਕ ਮੁਹੱਬਤ ਹੈ ਨਾ, ਇੱਕ ਪਿਆਰ ਹੈ। ਕਿਸੇ ਨੇ ਘਰੇ ਸਬਜ਼ੀ ਬਣਾਈ, ਤੁਹਾਨੂੰ ਦੇ ਗਿਆ, ਤੁਹਾਡਾ ਵੀ ਦਿਲ ਕਰਦਾ ਜਦੋਂ ਅਸੀਂ ਬਣਾਵਾਂਗੇ ਅਸੀਂ ਦੇ ਕੇ ਆਵਾਂਗੇ। ਇਹ ਕੀ ਹੈ? ਇੱਕ ਕਸ਼ਿਸ਼ ਹੈ, ਇੱਕ ਓਰਾ ਹੈ, ਖਿੱਚਦਾ। ਗੁਰੂ ਨਾਨਕ ਸਾਹਿਬ ਬਾਰੇ ਉਹ ਤਾਂ ਕਹਿੰਦਾ ਹੈ ਵੀ ਜੇ ਇਹ ਦਿਖਿਆ ਲੈ ਲੈਣ, ਇਹ ਫਿਰ ਮੈਨੂੰ ਆਪਣਾ ਆਪ ਹੀ ਦੇ ਦੇਣਗੇ। ਜਿੰਨੀ ਇਹਨਾਂ ਕੋਲ ਕਰਾਮਾਤਾਂ ਮੈਨੂੰ ਦੇ ਜਾਣਗੇ ਤੇ ਮੈਂ ਇਹਨਾਂ ਨੂੰ ਚੇਲਾ ਬਣਾ ਲੂੰ। ਲੈਣ ਦੇਣ, ਆਦਾਨ ਪ੍ਰਦਾਨ, ਜਿੱਥੇ ਕਮਿਊਨੀਕੇਸ਼ਨ ਹੋ ਜਾਂਦਾ ਹੈ। ਸਤਿਗੁਰਾਂ ਨੂੰ ਕਹਿੰਦਾ ਮੇਰੇ ਤੋਂ ਦਿਖਿਆ ਲੈ ਲਓ, ਚਰਨੀ ਮੱਥਾ ਨਾ ਟੇਕਿਓ, ਗੁਰੂ ਮੰਨ ਲਓ ਮੈਨੂੰ, ਮੈਂ ਸਾਰਾ ਪੰਥ ਤੁਹਾਡੇ ਨਾਮ ਕਰ ਦੂੰਗਾ। ਜੋ ਮੰਗੋ ਹਮ ਢਿਗ ਕਰ ਤਾਰਾ, ਤੁਝੇ ਦਿਵਾਵਹਿ ਕਰੋ ਉਚਾਰ। ਹੱਸ ਕੇ ਸਤਿਗੁਰ ਕਹਿੰਦੇ ਗੋਰਖਾ ਤੂੰ ਦੱਸ ਤੈਨੂੰ ਕੀ ਚਾਹੀਦਾ? ਕਿੱਥੋਂ? ਕਹਿੰਦੇ ਜੋ ਮੰਗੇ ਹਮ ਢਿਗ ਕਰ ਤਾਰਾ, ਤੁਝੇ ਦਿਵਾਵੈ, ਤੈਨੂੰ ਦਵਾ ਦੇਾਂਗੇ। ਜੋ ਮੰਗ ਹੈ ਠਾਕੁਰ ਆਪਣੇ ਤੇ ਸੋਈ ਦੇ। ਨਾਨਕ ਦਾਸ ਮੁਖ ਤੇ ਜੋ ਬੋਲੇ, ਈਹਾਂ ਊਹਾਂ ਸੱਚ ਹੋਵੇ। ਸੱਚ ਦਾ ਜ਼ਿਕਰ ਕਰਦੇ ਆ। ਈਹਾਂ ਮਤਲਬ ਇਸ ਧਰਤੀ ਤੇ, ਊਹਾਂ ਪਰਲੋਕ ਵਿੱਚ। ਮਰਦ ਕਹਿੰਦੇ ਜੋ ਬੋਲੀਏ ਰਸਨਾ ਤੋਂ, ਨਾਨਕ ਦਾਸ ਮੁਖ ਤੇ ਜੋ ਬੋਲੇ। ਦੱਸ ਤੈਨੂੰ ਕੀ ਚਾਹੀਦਾ? ਰੱਬ ਤੋਂ ਮੰਗਾ ਦਿੰਨੇ ਆ, ਉਹ ਤੋਂ ਦਵਾ ਦਿੰਨੇ ਆ ਤੈਨੂੰ, ਕਿਉਂਕਿ ਗੋਰਖਾ ਤੇਰੀ ਪਹੁੰਚ ਤੇ ਸ਼ਿਵ ਤੱਕ ਹੀ ਹੈ। ਤੇਰੇ ਸ਼ਿਵ ਨੇ ਰੱਬ ਨਹੀਂ ਵੇਖਿਆ, ਤੇਰੇ ਵਿਸ਼ਨੂੰ ਨੇ ਨਹੀਂ ਵੇਖਿਆ, ਤੇਰੇ ਬ੍ਰਹਮਾ ਨੇ ਨਹੀਂ ਵੇਖਿਆ, ਤੂੰ ਕਿੱਥੋਂ ਵੇਖ ਲੇਗਾ? ਦੱਸ ਤੈਨੂੰ ਉਸ ਦਾਤੇ ਤੂੰ ਕੁਛ ਲੈ ਕੇ ਦੇਣਾ, ਤੂੰ ਮੰਗ, ਤੈਨੂੰ ਚਾਹੀਦਾ ਕੀ ਹੈ? ਦੋਹਰਾ ਸੋਹਣ ਧੂਸ਼ਣ ਗੋਰਖ ਭਇਓ, ਬੋਲਿਓ ਬਚਨ ਨ ਕੋਏ। ਜਦੋਂ ਸਤਿਗੁਰਾਂ ਦੇ ਬਚਨ ਸੁਣੇ ਚੁੱਪ ਹੋ ਗਿਆ ਗੋਰਖ, ਹੁਣ ਸੁੱਝਦਾ ਹੀ ਕੁਛ ਨਹੀਂ। ਇਹ ਤੇ ਬੜੱਪਣ ਹੈ। ਤੁਸੀਂ ਕਿਸੇ ਨੂੰ ਕੁਝ ਆਖੋ, ਆ ਤੈਨੂੰ ਜੂਸ ਪਿਲਾ ਦਿਆਂ, ਅਗਲਾ ਕਹਿੰਦਾ ਆ ਫਿਰ ਤੈਨੂੰ ਕੌਫੀ ਪਿਲਾਵਾਂ। ਕੀ ਤੇਰਾ ਕੀ ਮੇਰਾ, ਇਹੀ ਤੇ ਪ੍ਰੇਮ ਹੈ। ਕੀ ਲੈ ਜਾਣਾ ਹੈ? ਇੱਥੇ ਦੁਨੀਆ ਹੈ, ਸਭ ਦੀਆਂ ਜੇਬਾਂ ਭਰੀਆਂ, ਸਭ ਦੇ ਕੋਲ ਸਭ ਕੁਛ ਹੈ, ਪਰ ਦਿਲ ਤੇ ਕਿਸੇ ਕਿਸੇ ਕੋਲੇ ਹੈ, ਸਾਰਿਆਂ ਕੋਲ ਹੀ ਥੋੜਾ ਹੈ। ਦੁਨੀਆ ਕੋਲ ਗੱਡੀਆਂ ਨੇ, ਹਰ ਬੰਦਾ ਚੱਕੀ ਫਿਰਦਾ, 10-10 ਗੱਡੀਆਂ ਘਰੇ ਖੜਾਉਣ ਨੂੰ ਥਾਂ ਨਹੀਂ। ਤੁਸੀਂ ਕਿਸੇ ਨੂੰ ਕਹਿ ਸਕਦੇ ਹੋ 10 ਗੱਡੀ ਵਾਲੇ ਨੂੰ ਵੀ ਚੱਲ ਫਤਿਹਗੜ੍ਹ ਸਾਹਿਬ ਮੱਥਾ ਟੇਕ ਕੇ? ਕਹਿ ਨਹੀਂ ਸਕਦੇ। ਪਤਾ ਹੈ ਵੀ ਯਾਰ ਗੱਡੀ ਤੇ ਹੈ, ਤੇਲ ਵੀ ਹੋਣਾ, ਪਰ ਦਿਲ ਨਹੀਂ। ਆਸਾਨ ਕਰੂਗਾ ਹੁੰਦਾ ਨਾ,
ਤੇ ਇੱਕ ਬੰਦਗੀ ਵਾਲੀ ਰੂਹ ਹੁੰਦੀ, ਉਹਨੂੰ ਮਾੜਾ ਜਿਹਾ ਇਸ਼ਾਰਾ ਕਰੋ, ਕਹਿੰਦੇ ਚੱਲੀ, ਉਹ ਕਹਿੰਦਾ ਚਲੋ ਜੀ ਸਤਿ, ਇਹ ਤੇ ਭਾਗਾਂ ਵਾਲਾ ਸਮਾਂ ਸੰਗਤ ਚੱਲੀ ਹੈ ਨਾ ਵੱਡਾ ਦਿਲ। ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਤੂੰ ਮੰਗ ਤੈਨੂੰ ਕੀ ਚਾਹੀਦਾ। ਗੋਰਖ ਕਹਿੰਦਾ ਸੀ ਨਾ ਮੈਂ ਤੁਹਾਨੂੰ ਦਿੰਨਾ, ਵੱਡਪਣ ਹੈ ਗੁਰੂ ਪਾਤਸ਼ਾਹ ਦਾ। ਕਹਿੰਦੇ ਤੂੰ ਜੋ ਮੰਗੇਗਾ ਤਿੰਨੇ ਲੋਕਾਂ ਚ ਉਹ ਲੈ ਦੇਾਂਗੇ। ਆਖੋ ਸਤਿਨਾਮ। ਕਿਆ ਮੁਹੱਬਤ ਹੈ ਗੁਰੂ ਸਾਹਿਬ ਤੇ ਪ੍ਰੇਮ ਚ ਕਹਿੰਦੇ ਆ। ਪਰ ਗੋਰਖਨਾਥ ਨਾ ਸ਼ਰਮ ਦਾ ਮਾਰਾ ਸਿੱਧਾ ਸਾਹਮਣੇ ਚੋਪੀ ਹੋ ਗਿਆ, ਮੁੜ ਕੇ ਫਿਰ ਬੋਲਿਆ ਹੀ ਨਾ। ਹਿਰਦੈ ਮਨੋਰਥ ਮਿਟ ਗਇਓ, ਜਲ ਤਰੰਗ ਜਿਉ ਸੋਏ। ਸਤਿਗੁਰੂ ਕਹਿੰਦੇ ਸਾਡੇ ਤੇ ਮਨੋਰਥ ਗੋਰਖਾ ਸਾਰੇ ਮੁੱਕ ਗਏ ਭਾਈ, ਤੂੰ ਗੁੱਸਾ ਗਿਲਾ ਨਾ ਕਰੀ ਵੀ ਮੈਂ ਕੁਝ ਦੇਣਾ ਚਾਹੁੰਦਾ ਸੀ ਨਾ ਲਿਆ ਨਹੀਂ, ਮੰਗਿਆ ਨਹੀਂ। ਕਹਿੰਦੇ ਜਿਵੇਂ ਪਾਣੀ ਤੇ ਤਰੰਗ ਕਹੀਏ ਲਹਿਰਾਂ ਇੱਕ ਹੁੰਦੀਆਂ ਨੇ ਨਾ, ਲੋਕਾਂ ਨੂੰ ਅਲੱਗ ਲੱਗਦੀਆਂ, ਪਾਣੀ ਦੀਆਂ ਛੱਲਾਂ ਸਾਨੂੰ ਅਲੱਗ ਲੱਗਦੀਆਂ, ਪਾਣੀ ਅਲੱਗ ਲੱਗਦਾ, ਪਰ ਹੁੰਦਾ ਤੇ ਕੋਈ ਹੈ ਨਾ। ਜਲ ਤੇ ਫੇਨ ਤਰੰਗ ਬੁੱਧਬੁਦਾ, ਜਲ ਤੇ ਭਿੰਨ ਨਾ ਹੋਏ। ਮਹਾਰਾਜ ਕਹਿੰਦੇ ਆ ਪਾਣੀ ਦੀ ਝੱਗ, ਪਾਣੀ ਦੇ ਬੁਲਬੁਲੇ, ਪਾਣੀ ਦੀਆਂ ਤਰੰਗਾਂ ਵੱਖਰੀਆਂ ਥੋੜਾ ਨੇ। ਜੇ ਸਮੁੰਦਰ ਵਿੱਚ ਲਹਿਰਾਂ ਆਉਂਦੀਆਂ ਨੇ ਹਵਾ ਕਰਕੇ ਆਉਂਦੀਆਂ, ਹੈ ਤੇ ਪਾਣੀ ਆ ਨਾ। ਵੱਡੇ ਵੱਡੇ ਟਾਈਡ ਆਉਂਦੇ ਸਮੁੰਦਰਾਂ 'ਚ, ਕਾਹਦੇ ਕਰਕੇ ਆ ਆਉਂਦੇ? ਕਿਹਦੇ ਆ? ਪਾਣੀ ਸਮੁੰਦਰ 'ਚ ਹੈ, ਪਾਣੀ ਦੀਆਂ ਛੱਲਾਂ ਆ ਰਹੀਆਂ ਨੇ, ਹੈ ਤੇ ਪਾਣੀ ਹੋਈਆਂ ਲਹਿਰਾਂ ਵੀ। ਗੁਰੂ ਸਾਹਿਬ ਕਹਿੰਦੇ ਸਾਡਾ ਤੇ ਅੰਦਰ ਇੱਕਮਿਕ ਹੋ ਗਿਆ, ਕਿਤੇ ਗੁੱਸਾ ਨਾ ਖਾ ਜੀ ਵੀ ਮੈਂ ਕੁਝ ਦੇਣਾ ਚਾਹੁੰਦਾ ਸੀ, ਲੈਣਾ ਨਹੀਂ ਚਾਹੁੰਦੇ। ਸਾਹਿਬ ਕਹਿੰਦੇ ਸਾਡੇ ਭਾਂਡੇ 'ਚ ਹੁਣ ਥਾਂ ਹੀ ਨਹੀਂ। ਆਖੋ ਸਤਿਨਾਮ। ਤ੍ਰਿਪਤ ਆ ਤ੍ਰਿਪਤੀ ਹੈ ਸਾਡੇ 'ਚ। ਲੈ ਮੇਰੇ ਵਰਗੇ ਨੂੰ ਆਖੇ ਕੋਈ ਤੈਨੂੰ ਇੱਕ ਜੈਕਟ ਲੈ ਦੇ, ਉਹਦੀ ਮਨ ਬਣ ਜਾਂਦਾ, ਕਹਿੰਦਾ ਹਾਂ ਪੁਰਾਣੀ ਸੁੱਟ ਦਾਂਗੇ ਨਵੀਂ ਲੈ ਲਓ। ਆ ਗਿਆ ਨਾ ਲਾਲਚ। ਜਿੱਦਣ ਤੂੰ ਸੰਤੋਖੀ ਹੋਏਗਾ ਉਦਣ ਆਖੇਗਾ ਮੈਨੂੰ ਜ਼ਰੂਰਤ ਨਹੀਂ ਹੈ। ਕੋਈ ਆਖੇ ਤੈਨੂੰ ਪਿਆਰਿਆ ਵਧੀਆ ਜੁੱਤੀ ਲੈ ਦੀ, ਉਹ ਕਹਿੰਦਾ ਨਹੀਂ ਕਿਸੇ ਲੋੜਵੰਦ ਦੇ ਪੈਰੀ ਪਵਾਓ, ਮੇਰੇ ਕੋਲ ਤੇ ਪਹਿਲੇ ਹੀ ਬੜੀਆਂ ਨੇ। ਸੰਤੁਸ਼ਟ ਹਾਂ ਮੈਂ, ਸੈਟੀਸਫਾਈਡ ਹਾਂ। ਇੱਥੇ ਤੇ ਸਾਡੇ ਪਰਿਵਾਰ ਦੇ ਹਾਲਾਤ ਕੀ ਨੇ? ਸਾਡੇ ਅਲਮਾਰੀਆਂ 'ਚ ਰੱਖਣ ਨੂੰ ਥਾਂ ਕੋਈ ਨਹੀਂ, ਕਲੇਸ਼ ਰੋਜ਼ ਦਾ, ਮੇਰੇ ਕੋਲ ਪਾਉਣ ਨੂੰ ਕੱਪੜੇ ਨਹੀਂ। ਆਖੋ ਸਤਿਨਾਮ। ਕੀ ਬਣੂਗਾ? ਕਿੱਥੋਂ ਭਲਾ ਕਰ ਲਾਂਗੇ ਕਿਸੇ ਦਾ? ਕਿਵੇਂ ਦਾਨ ਕਰ ਲਾਂਗੇ? ਸਾਡਾ ਤੇ ਆਪਣਾ ਹੀ ਢਿੱਡ ਨਹੀਂ ਭਰਦਾ। ਹਰ ਵੇਲੇ ਉਲਝੇ ਰਹਿੰਦੇ ਆ, ਪਰੇਸ਼ਾਨ ਰਹਿੰਦੇ ਆ। ਗੁਰੂ ਬਾਬਾ ਜੀ ਕਹਿੰਦੇ ਅਸੀਂ ਰੱਜੇ ਹੋਏ ਆ, ਅਸੀਂ ਤ੍ਰਿਪਤ ਹਾਂ। ਤੇ ਗੋਰਖ ਜੀ ਇਸ ਕਰਕੇ ਸਾਨੂੰ ਤੇਰੀਆਂ ਵਸਤੂਆਂ ਦੀ ਜ਼ਰੂਰਤ ਨਹੀਂ ਪੈਂਦੀ, ਕਿਉਂਕਿ ਸਾਡਾ ਉਹ ਸਾਹਿਬ ਐਡਾ ਵੱਡਾ ਹੈ, ਉਹਨੇ ਜੋ ਕੁਛ ਪਾਇਆ ਸੋ ਏਕਾ ਵਾਰ, ਜੋ ਦੇਣਾ ਸੀ ਇੱਕ ਵਾਰ ਦੇਤਾ। ਸੁਣ ਕੇ ਸਤਿਗੁਰਾਂ ਦੇ ਬਚਨ ਚੁੱਪ ਹੋ ਗਿਆ ਵੀ ਮੈਂ ਇਹਨਾਂ ਨੂੰ ਕੀ ਦੇ ਸਕਦਾ। ਇਹਨਾਂ ਦੀ ਤਾਂ ਯਾਰੀ ਵੱਡੇ ਨਾਲ ਹੈ, ਪਰ ਗੁਰੂ ਸਾਹਿਬ ਨੇ ਇਹ ਤਾਂ ਨਹੀਂ ਕਿਹਾ ਉਹਨਾਂ ਨੂੰ ਦਬਾ ਕੇ ਮੇਰੀ ਰੱਬ ਨਾਲ ਯਾਰੀ ਤੁਸੀਂ ਕੀ ਚੀਜ਼ ਹੋ, ਨਾ ਬਿਲਕੁਲ ਨਹੀਂ। ਬੜੇ ਪ੍ਰੇਮ ਦੇ ਬਚਨ ਬੋਲਦੇ ਨੇ। ਚੋਪਈ ਬਾਣੀ ਮੰਗਲ ਨਾਥ ਲਾਈ, ਗੋਰਖਨਾਥ ਸੁਣਿਓ ਸਿਧਰਾਈ। ਗੁਰੂ ਨਾਨਕ ਸਾਹਿਬ ਮਹਾਰਾਜ ਚੁੱਪ ਹੋ ਗਏ ਥੋੜੀ ਦੇਰ ਲਈ। ਵੇਖਿਆ ਹੁਣ ਗੋਰਖ ਨਹੀਂ ਬੋਲਦਾ। ਮੰਗਲਨਾਥ ਉੱਠ ਕੇ ਕੋਲੇ ਆਏ ਗੋਰਖਨਾਥ ਨੂੰ, ਕਹਿੰਦੇ ਗੁਰੂ ਜੀ ਬਸ ਕਰੋ, ਰਹਿਣ ਦਿਓ, ਰੱਬ ਨਾਲ ਮਖੌਲ ਨਹੀਂ ਕਰੀਦੇ। ਆਖੋ ਸਤਿਨਾਮ ਨਾ ਕਰੋ। ਸਿੱਧਾਂ ਦੇ ਪ੍ਰਸੰਗਾਂ ਦੀ ਸਮਾਪਤੀ ਹੋ ਰਹੀ ਹੈ। ਮੰਗਲਨਾਥ ਨੇ ਕਿਹਾ ਨਾ ਕਰੋ ਤੁਸੀਂ, ਇਹ ਬਹੁਤ ਵੱਡੇ ਆ, ਇਹ ਖੁਦਾਈ ਹੈ, ਇਹ ਆਪ ਨਿਰੰਕਾਰ ਹਨ। ਨਾਨਕ ਕੋ ਦੀਨੋ ਉਪਦੇਸ਼, ਤੁਮਰੋ ਭਲੋ ਲਿਓ ਹੈ ਬਿਸ। ਮੈਂ ਆਖਦਾ ਤੁਸੀਂ ਕਹਿੰਦੇ ਹੋ ਵੀ ਗੁਰੂ ਨਾਨਕ ਸਾਹਿਬ ਮੇਰਾ ਉਪਦੇਸ਼ ਲੈਣ। ਕਹਿੰਦਾ ਕਿਉਂ ਇਹੋ ਜਿਹੀਆਂ ਗੱਲਾਂ ਕਰਦੇ? ਜੇ ਤੁਹਾਡੇ ਭਾਗ ਜਾਗੇ ਨੇ ਗੁਰੂ ਨਾਨਕ ਪਾਤਸ਼ਾਹ ਦਾ ਉਪਦੇਸ਼ ਲੈ ਲਓ, ਇਹਨਾਂ ਦਾ ਉਪਦੇਸ਼ ਲੈ ਕੇ ਇਹਨਾਂ ਦੇ ਸੇਵਕ ਬਣ ਜਾਓ, ਜੇ ਜੀਵਨ ਵਿੱਚ ਗੁਰੂ ਜੀ ਕੁਝ ਖਟਣਾ ਆ। ਸਤਿਨਾਮ। ਮੰਗਲਨਾਥ ਆਪਣੇ ਗੁਰੂ ਨੂੰ ਕਹਿੰਦਾ ਤੁਹਾਡਾ ਉਪਦੇਸ਼ ਉਹਨਾਂ ਕੀ ਕਰਨਾ ਹੈ? ਦੇਖੋ ਜੀ, ਜਿਹਦਾ ਆਪਣਾ ਭਾਂਡਾ ਭਰਿਆ ਹੋਵੇ ਪਾਣੀ ਨਾਲ, ਕੋਈ ਪਾਣੀ ਲੈ ਕੇ ਆਇਆ ਖੂਹ ਤੋਂ, ਤੇ ਖਾਲੀ ਭਾਂਡੇ ਵਾਲਾ ਆਖੇ ਲੈ ਮੈਂ ਵੀ, ਮੇਰੇ ਕੋਲ ਥੋੜਾ ਜਿਹਾ ਬਚੇ ਮੈਂ ਪਾ, ਉਹ ਕਹਿੰਦਾ ਮੇਰਾ ਤੇ ਫੁੱਲ ਹੈ, ਮੈਂ ਕਿਉਂ ਪਾਉਣਾ? ਤੂੰ ਭਰ ਲਿਆ ਆਪਣਾ, ਕਿਸੇ ਹੋਰ ਨੂੰ ਦੇ ਦੀ। ਸਪਸ਼ਟ ਸਮਝਾਤਾ ਗੁਰੂ ਜੀ ਤੁਹਾਡਾ ਭਾਂਡਾ ਊਣਾ ਏ, ਇਹਨਾਂ ਦਾ ਭਾਂਡਾ ਭਰਿਆ ਹੋਇਆ, ਲਬਾ ਲਬ ਭਰਿਆ, ਵੰਡ ਵੰਡ ਕੇ ਵੀ ਮੁੱਕਦਾ ਨਹੀਂ। ਇਸ ਕਰਕੇ ਮੇਰੀ ਬੇਨਤੀ ਹੈ ਗੁਰੂ ਨਾਨਕ ਸਾਹਿਬ ਨੂੰ ਰੱਬ ਜਾਣੋ। ਇਹ ਆਪ ਪਰਮੇਸ਼ਰ ਨੇ ਰੂਪ ਧਾਰਨ ਕਰਕੇ ਆਏ ਹੋਏ, ਇਹ ਆਪਣਾ ਆਪ ਜਤਾਉਂਦੇ ਨਹੀਂ। ਗੋਰਖ ਭਾਖੈ ਪਰਖੋਂ ਤਾਹੀ, ਘਟ ਸ਼ੂਸ਼ਾ ਕੇ ਪੂਰੋ ਆਹੀ। ਗੋਰਖਨਾਥ ਕਹਿੰਦਾ ਮੰਗਲਨਾਥ ਮੈਨੂੰ ਕਿਹੜਾ ਪਤਾ ਨਹੀਂ ਵੀ ਇਹ ਰੱਬ ਨੇ, ਰੱਬ ਦਾ ਰੂਪ ਧਾਰਨ ਕਰਕੇ ਆਏ ਹੋਏ ਨੇ। ਪਰ ਯਾਰ ਮੈਂ ਵੀ ਆਪਣੀ ਜ਼ਿੰਦਗੀ 'ਚ ਬੜਾ ਕੁਝ ਕਮਾਇਆ, ਮੇਰਾ ਚਿੱਤ ਕਰਦਾ ਮੈਂ ਇਹਨਾਂ ਦਾ ਅੰਦਰ ਦਾ ਭਾਂਡਾ ਪਰਖ ਕੇ ਤੇ ਵੇਖਾਂ ਵੀ ਭਰਿਆ ਕਿ ਖਾਲੀ ਹੈ। ਮੰਗਲਨਾਥ ਨੇ ਮੱਥੇ ਹੱਥ ਮਾਰਿਆ,
ਵੀ ਚਰਚਾ 'ਚ ਹਾਰ ਗਏ ਆਪਾਂ ਸਾਰੇ, ਬੇਇੱਜ਼ਤੀ ਸਾਡੀ ਰੱਜ ਗਈ ਹੋਈ ਹੈ, ਕਰਾਮਾਤਾਂ ਸਾਡੀਆਂ ਫੇਲ ਹੋ ਗਈਆਂ, ਹੁਣ ਦੱਸ ਕਿਹੜੀ ਪਰਖ ਰਹੇਗੀ। ਆਖੋ ਸਤਿਨਾਮ। ਇਹਨੂੰ ਕਹਿੰਦੇ ਹੰਕਾਰੀ ਬੰਦਾ ਆਪਣੀ ਜਿੱਦ ਤੇ ਅੜੀ ਨਹੀਂ ਛੱਡਦਾ ਹੁੰਦਾ। ਜੇ ਉਹ ਹਾਰ ਵੀ ਜਾਏ ਨਾ ਕਿਤੋਂ, ਮੰਨ ਲਓ ਕੇਸ ਹਾਰ ਗਿਆ, ਕਿਸੇ ਹੰਕਾਰੀ ਨੂੰ ਵੇਖ ਲਓ ਕੋਰਟ ਤੋਂ ਵਾਪਸ ਆ ਗਿਆ, ਉਹ ਪਤਾ ਕੀ ਕਹੂ, ਲੈ ਤਜਰਬਾ ਹੀ ਹੋਇਆ ਹੈ ਵੀ ਤੇਰੇ ਤਜਰਬਿਆਂ ਨੇ ਤੇ ਘਰ ਉਜਾੜਦਾ। ਆਖੋ ਸਤਿਨਾਮ। ਤੇਰੇ ਅਜੇ ਤਜਰਬੇ ਨਹੀਂ ਹੋਏ। ਹੰਕਾਰੀ ਬੰਦੇ ਦੀ ਕਮੀ, ਜਿੱਥੇ ਉਹ ਠੋਕਰ ਖਾਊ, ਉਹਨੇ ਇਹ ਨਹੀਂ ਮੰਨਣਾ ਵੀ ਮੈਂ ਡਿੱਗ ਪਿਆ, ਮੈਂ ਹਾਰ ਗਿਆ, ਮੇਰੇ ਨਾਲ ਧੱਕਾ ਹੋ ਗਿਆ, ਮੈਂ ਕਮਜ਼ੋਰ ਹਾਂ। ਨਹੀਂ ਨਹੀਂ, ਉਹ ਕਹਿੰਦਾ ਮੈਂ ਬਹੁਤ ਕੁਝ ਹਾਂ, ਪਰ ਮੈਨੂੰ ਤਜਰਬੇ ਹੋਏ ਨੇ ਭਾਈ ਸਾਹਿਬ, ਹੁਣ ਹੋਏ। ਗੁਰੂ ਨਾਨਕ ਸਾਹਿਬ ਮਹਾਰਾਜ ਦੇ ਸਾਹਮਣੇ ਬੈਠਾ ਹੀ ਕਹਿੰਦਾ ਮੈਂ ਤੇ ਪਰਖ ਕੇ ਵੇਖਣਾ ਵੀ ਇਹਨਾਂ ਕੋਲ ਹੈ ਵੀ ਹੈ ਕੁਛ। ਮੰਗਲਨਾਥ ਕਹਿੰਦਾ ਹੁਣ ਮੈਂ ਕੀ ਸਮਝਾਵਾਂ ਇਹਨੂੰ, ਜਿਹੜਾ ਸਮਝਣਾ ਹੀ ਨਹੀਂ ਚਾਹੁੰਦਾ ਉਹਨੂੰ ਸਮਝਾਉਣ ਦਾ ਲਾਭ ਕੀ ਹੈ। ਤੁਮਰੋ ਸਤ ਬਚਨ ਮੈਂ ਜਾਨਾ, ਜਸ ਉਚਰਿਓ ਤਿਸ ਪਹਿਚਾਨਾ। ਤੇ ਮੰਗਲਨਾਥ ਨੂੰ ਕੰਨ 'ਚ ਕਹਿੰਦਾ, ਗੋਰਖਨਾਥ ਕਹਿੰਦਾ ਜਿਹੋ ਜਿਹਾ ਤੁਸੀਂ ਇਹਨਾਂ ਨੂੰ ਆਖਿਆ ਨਾ, ਜੈਸਾ ਸਤਿਗੁਰ ਸੁਣੀਂਦਾ ਤੈਸੋ ਹੀ ਮੈਂ ਢੀਠ, ਮੈਂ ਉਹੋ ਜਿਹਾ ਹੀ ਵੇਖ ਲਿਆ, ਉਹੋ ਜਿਹਾ ਹੀ ਜਾਣ ਲਿਆ। ਕਹਿੰਦਾ ਬਸ ਐਵੇਂ ਜੀ ਪਰਖਣਾ, ਐਵੇਂ ਹੀ। ਮੰਗਲਨਾਥ ਹੱਸ ਕੇ ਕਹਿੰਦਾ ਚੰਗਾ ਗੁਰੂ ਤੇਰੀ ਮਰਜ਼ੀ ਕਰ, ਤੇਰੀ ਮਰਜ਼ੀ, ਮੈਂ ਹੁਣ ਕੀ ਕਰ ਸਕਦਾ। ਜਦੋਂ ਮੈਂ ਕਹੀ ਦਿੱਤਾ ਵੀ ਇਹ ਰੱਬ ਨੇ, ਅੱਗੋਂ ਗੋਰਖ ਕਹਿੰਦਾ ਮੈਨੂੰ ਪਤਾ ਰੱਬ ਨੇ ਇਹ, ਮੈਂ ਇਹ ਮੰਨਣ ਤੋਂ ਇਨਕਾਰੀ ਨਹੀਂ, ਪਰ ਮੈਂ ਤੇਰੀ ਮੰਨਣੀ ਨਹੀਂ। ਸੋ ਜਿਵੇਂ ਜਿਵੇਂ ਚੋਜ ਵਰਤਣਗੇ ਜੀ, ਕੱਲ ਦੇ ਦੀਵਾਨਾਂ 'ਚ ਸਰਵਣ ਕਰਾਂਗੇ। ਸਮਾਂ ਵੀ ਸਮਾਪਤ ਹੈ, ਕਿਉਂਕਿ ਸ਼ਹਾਦਤਾਂ ਦੇ ਦਿਨ ਚੱਲਦੇ ਆ, ਬੜੇ ਵਿਖੜੇ ਪੈਂਦੇ ਆ। ਗੁਰੂ ਕਲਗੀਧਰ ਪਾਤਸ਼ਾਹ ਪਰਿਵਾਰ ਵਿਛੜੇ, ਸਤਿਗੁਰਾਂ ਦੇ ਮਾਤਾ ਜੀ ਛੋਟੇ ਛੋਟੇ ਲਾਲ ਕੁੰਮੇ ਬਾਸ਼ਕੀ ਦੀ ਝੋਪੜੀ 'ਚ ਰੁਕੇ ਆ, ਰਾਤ ਪਰ ਉਹਨਾਂ ਸੇਵਾ ਕੀਤੀ ਹੈ। ਇੱਧਰ ਗੁਰੂ ਕਲਗੀਧਰ ਪਾਤਸ਼ਾਹ ਬੂਰ ਮਾਜਰੇ ਤੋਂ ਹੁੰਦੇ ਹੋਏ ਚਮਕੌਰ ਦੀ ਕੱਚੀ ਗੜੀ ਵਿੱਚ ਆਏ ਨੇ, ਜੋ ਬੁੱਧ ਰਾਮ ਦੀ ਹਵੇਲੀ ਸੀ। ਇੱਥੇ ਆਏ ਪਾਤਸ਼ਾਹ, ਮੋਰਚਾਬੰਦੀ ਕੀਤੀ ਗਈ। ਇਤਿਹਾਸ ਬਹੁਤ ਡਾਢਾ ਹੈ। 22 ਧਾਰ ਦੇ ਪਹਾੜੀ ਰਾਜੇ ਤੇ 10 ਲੱਖ ਦੀ ਫੌਜ ਦਿੱਲੀ ਤੋਂ ਚੱਲੀ ਹੋਈ, ਘੇਰਾ ਪਾ ਕੇ ਬੈਠੀ ਹੈ। ਜੰਗ ਯੁੱਧ ਹੋਇਆ। ਇਸ ਯੁੱਧ ਦੇ ਵਿੱਚ ਗੁਰੂ ਕਲਗੀਧਰ ਪਾਤਸ਼ਾਹ ਦੇ ਰਾਜ ਦੁਲਾਰੇ ਬਾਬਾ ਅਜੀਤ ਸਿੰਘ ਤੇ ਬਾਬਾ ਜੁਝਾਰ ਸਿੰਘ ਸ਼ਹਾਦਤਾਂ ਦੇ ਜਾਮ ਪੀ ਗਏ। 40 ਦੇ 40 ਸਿੰਘਾਂ ਦੇ ਵਿੱਚੋਂ ਕੁਝ ਸਿੰਘ ਸ਼ਹੀਦ ਹੋ ਗਏ। ਬਸ ਕੇਵਲ ਭਾਈ ਦਇਆ ਸਿੰਘ, ਧਰਮ ਸਿੰਘ, ਮਾਨ ਸਿੰਘ, ਇਹ ਸਿੰਘ ਨੇ। ਸੰਤ ਸਿੰਘ ਉਸ ਵੇਲੇ ਤੇ ਸੰਗਤ ਸਿੰਘ, ਆਈ ਸਿੰਘ ਬਚੇ ਆ। ਦਸ਼ਮੇਸ਼ ਪਿਤਾ ਸਤਿਗੁਰਾਂ ਨੂੰ ਪੰਥ ਖਾਲਸਾ ਕਹਿੰਦਾ, ਸਾਹਿਬ ਜੀ ਤੁਸੀਂ ਰਹਿ ਗਏ ਤੇ ਸਾਡੇ ਵਰਗੇ ਲੱਖਾਂ ਸਿੰਘ ਬਣਾ ਸਕਦੇ ਹੋ, ਲੱਖਾਂ ਸਿੰਘਾਂ ਤੋਂ ਇਕੱਠੇ ਹੋ ਕੇ ਇੱਕ ਕਲਗੀ ਵਾਲਾ ਨਹੀਂ ਬਣਨਾ। ਸਤਿਨਾਮ। ਹੁਕਮ ਹੈ ਪੰਥ ਦਾ ਛੱਡ ਕੇ ਚਲੇ ਜਾਓ। ਇਹ ਆਓ ਦਿਨ ਨੇ ਚਮਕੌਰ ਦੀ ਗੜੀ ਵਿੱਚ ਯੁੱਧ ਹੋ ਰਿਹਾ ਹੈ, ਅੰਤਾਂ ਦਾ ਯੁੱਧ। ਉਧਰ ਬਾਬਾ ਜੋਰਾਵਰ ਸਿੰਘ, ਬਾਬਾ ਫਤਿਹ ਸਿੰਘ, ਮਾਤਾ ਗੁਜਰ ਕੌਰ। ਦੁੱਖ ਤਸੀਹੇ ਠੰਡ ਚੱਲ ਰਹੇ ਆ। ਸਰਸਾ ਦੇ ਵਿਛੋੜੇ ਤੋਂ ਬਾਅਦ ਇਹ ਘਾਣ ਹੋ ਗਿਆ ਪਰਿਵਾਰ ਦਾ। ਇੱਥੇ ਕਿਸੇ ਦਾ ਪਰਿਵਾਰ ਦਾ ਬੱਚਾ ਆਪਣੇ ਦਾ ਨਾ 2 ਘੰਟੇ ਗੁੰਮ ਜੇ, ਮਾਪਿਆਂ ਦੀ ਹਾਲਤ ਵੇਖਣ ਵਾਲੀ ਹੁੰਦੀ ਹੈ। ਹਾਲਤ 2 ਘੰਟੇ ਨਿਆਣਾ ਅੱਖਾਂ ਤੋਂ ਦੂਰ ਹੋ ਜਾਏ ਨਾ, ਜਾਨ ਨਿਕਲ ਜਾਂਦੀ ਹੈ। ਧੰਨ ਜਿਗਰਾ ਕਲਗੀਧਰ ਪਾਤਸ਼ਾਹ ਦਾ। 2 ਦੇ ਕੋਲੋਂ ਨਿਕਲ ਰਹੇ ਆ, ਕਫਨ ਨਹੀਂ ਪਾਇਆ ਤੇ 2 ਨੂੰ ਕਦੇ ਵੇਖਿਆ ਹੀ ਨਾ। ਸਤਿਨਾਮ। ਕਿੱਡਾ ਜਿਗਰਾ ਹੁੰਦਾ। ਸਾਡੇ ਲਈ ਸਭ ਕੁਝ ਕੀਤਾ ਉਹਨਾਂ ਨੇ, ਪਰ ਸਾਨੂੰ ਸਮਝ ਨਹੀਂ ਆਈ, ਨਾ ਹੀ ਕਦੇ ਆਉਣੀ ਹੈ, ਕਿਉਂਕਿ ਸਾਡੇ ਅੰਦਰ ਦਾ ਲਾਲਚ ਹਰ ਵੇਲੇ ਕੁੱਤੇ ਵਾਂਗ ਭੌਂਕਦਾ ਹੈ। ਸਾਨੂੰ ਕੀ ਮਿਲ ਜੇ, ਕਿੱਥੋਂ ਅਸੀਂ ਕੀ ਲੈ ਲਈਏ, ਪਤਾ ਨਹੀਂ। ਇੱਦਾਂ ਸਾਨੂੰ ਵਹਿਮ ਜਾ ਹੋ ਜਾਂਦਾ ਕਿ ਸਭ ਕੁਝ ਸਾਡੇ ਨਾਲ ਜਾਊ। ਲੈ ਕੇ ਤੇ ਗੁਰੂ ਕਲਗੀਧਰ ਪਾਤਸ਼ਾਹ ਪਰਿਵਾਰ ਸਮੇਤ ਕੁਝ ਨਹੀਂ ਗਏ, ਸਾਨੂੰ ਸਮਝਾ ਗਏ। ਮੈਂ ਰਾਜ ਛੱਡ ਦਿੱਤਾ, ਭਾਗ ਛੱਡ ਦਿੱਤਾ, ਕੋਈ ਆਪਣਾ ਪਰਿਵਾਰ ਵੀ ਛੱਡ ਦਿੱਤਾ। ਦੁਨੀਆ ਵਾਲਿਓ, ਇੱਕ ਤੇਗ ਸੀ ਮੇਰੇ ਕੋਲ ਤਲਵਾਰ ਦੇਖੀ, ਇੱਕ ਸੱਤ ਸੀ ਮੇਰੇ ਪੱਲੇ, ਬਾਕੀ ਮੈਂ ਸਭ ਵਿਸਾਰ ਦਿੱਤਾ। ਇਹੋ ਦਿਨ ਨੇ ਕੁਰਬਾਨੀਆਂ ਦੇ। ਵੱਧ ਤੋਂ ਵੱਧ ਬਾਣੀ ਪੜ੍ਹੋ, ਨਾਮ ਜਪੋ, ਉਹਨਾਂ ਪਾਵਨ ਸਥਾਨਾਂ ਤੇ ਨਮਸਕਾਰ ਕਰਕੇ ਆਓ, ਜਿਵੇਂ ਕੁੰਮੇ ਮਾਸ਼ਕੀ ਦੀ ਉਹ ਪਾਵਨ ਥਾਂ, ਪਰਿਵਾਰ ਵਿਛੋੜਾ ਸਾਹਿਬ ਦੀ ਪਾਵਨ ਥਾਂ। ਜਿਹਦਾ ਵੀ ਸਮਾਂ ਲੱਗਦਾ ਹੈ, ਅੱਧੇ ਘੰਟੇ ਦਾ ਹੀ ਰਾਹ, ਕੋਈ ਬਹੁਤੀ ਵੱਡੀ ਗੱਲ ਨਹੀਂ ਹੈ। ਕੋਸ਼ਿਸ਼ ਕਰੋ
ਦਰਸ਼ਨ ਦੀਦਾਰ ਕਰੋ, ਤਾਂ ਜੋ ਉਸ ਵੇਲੇ ਦਾ ਪ੍ਰਭਾਵ ਸਾਡੇ ਬੱਚਿਆਂ ਤੇ ਸਾਡੇ ਜੀਵਨ ਤੇ ਪਵੇ, ਕਿਤੇ ਸਾਨੂੰ ਕੁਝ ਅਕਲ ਮਤ ਸਿਆਣਪ ਸੋਝੀ ਆ ਜੇ। ਗੁਰੂ ਭਲਾ ਕਰਨ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।